ਰਸੂਲ ਹਮਜ਼ਾ ਤੋਪ ਦੀ ਪੁਸਤਕ ਮੇਰਾ ਦਾਗਿਸਤਾਨ ਦਾ ਲੇਖ ਹੈ। ਦਾਗਿਸਤਾਨ ਦੇ 3 ਖਜ਼ਾਨੇ। ਸਾਡੇ ਪਹਾੜੀ ਲੋਕ ਚਿਰਾਂ ਤੋਂ ਮੁਸਾਫਿਰ ਹਨ। ਉਹਨਾਂ 'ਚੋਂ ਕੁਝ ਧਨ ਦੌਲਤ ਲਈ ਸਫ਼ਰ 'ਤੇ ਜਾਂਦੇ ਹਨ, ਕਈ ਨਾਂ ਕਮਾਉਣ ਲਈ ਤੇ ਕਈ ਸੱਚ ਦੀ ਖੋਜ ਵਿੱਚ। ਤੇ ਲਓ, ਉਹ ਜਿਹੜੇ ਧਨ ਦੌਲਤ ਕਮਾਉਣ ਲਈ ਗਏ ਸਨ, ਉਹਨੂੰ ਹਾਸਲ ਕਰਕੇ ਮੁੜ ਆਏ। ਹੁਣ ਆਪਣੀ ਯਾਤਰਾ ਦੇ ਫਲਾਂ ਦਾ ਆਨੰਦ ਮਾਣ ਰਹੇ ਹਨ। ਅਤੇ ਇਹ ਹਨ ਉਹ ਜਿਹੜੇ ਨਾਂ ਕਮਾਉਣ ਲਈ ਗਏ ਸੀ ਤੇ ਉਹਨਾਂ ਨੇ ਮਸ਼ਹੂਰੀ ਤਾਂ ਹਾਸਲ ਕਰ ਲਈ, ਪਰ ਹੁਣੇ ਇਹ ਸਮਝਦਿਆਂ ਹੋਇਆਂ ਜ਼ਿੰਦਗੀ ਲਗਾ ਰਹੇ ਹਨ ਕਿ ਇਹਦੀ 2 ਕੌਡੀ ਵੀ ਕੀਮਤ ਨਹੀਂ ਰਹੀ ਤੇ ਐਵੇਂ ਹੀ ਇਹਦੇ ਲਈ ਇੰਨੀ ਭੱਜ ਨੱਠ ਕੀਤੀ। ਪਰ ਜਿਹੜੇ ਸੱਚ ਦੀ ਖੋਜ ਲਈ ਨਿਕਲੇ ਸੀ, ਉਹਨਾਂ ਦੀ ਰਾਹ ਸਭ ਨਾਲੋਂ ਲੰਮਾ ਤੇ ਅੰਤਹੀਨ ਸੀ। ਸੱਚ ਦੀ ਖੋਜ ਕਰਨ ਵਾਲੇ ਨੇ ਆਪਣੀ ਕਿਸਮਤ ਅਮੁੱਕ ਮਾਰਗ ਦੇ ਹਵਾਲੇ ਕਰ ਦਿੱਤੀ। ਕੋਈ ਪਹਾੜੀ ਆਦਮੀ ਜਦੋਂ ਕਿਤੇ ਜਾਂਦਾ ਤਾਂ ਉਹ ਆਪਣੇ ਗਧੇ ਨੂੰ ਲਾਜ਼ਮੀ ਨਾਲ ਲੈ ਜਾਂਦਾ ਹੈ। ਇਸ ਦਿਆਲੂ ਜਾਨਵਰ ਦੀ ਪਿੱਠ ਉੱਤੇ ਹਮੇਸ਼ਾ 3 ਚੀਜ਼ਾਂ ਲੱਦੀਆਂ ਹੋਈਆਂ ਦਿਸਦੀਆਂ ਹਨ। ਕਿਸੇ ਚੀਜ਼ ਨਾਲ ਭਰੀ ਹੋਈ ਵੱਡੀ ਬੋਰੀ, ਉਹਦੇ ਨੇੜੇ ਹੀ ਖੱਲ ਦਾ ਬਣਿਆ ਹੋਇਆ ਸ਼ਰਾਬ ਦਾ ਥੈਲਾ, ਉਹਦੇ ਕੋਲ ਹੀ ਗਾਗਰ। ਸੈਂਕੜੇ ਸਾਲਾਂ ਤੋਂ ਪਹਾੜੀ ਆਦਮੀ ਯਾਤਰਾ ਕਰ ਰਿਹਾ, ਇੱਕ ਪਿੰਡੋਂ ਦੂਜੇ ਪਿੰਡ, ਇੱਕ ਇਲਾਕੇ ਤੋਂ ਦੂਜੇ ਇਲਾਕੇ 'ਚ ਉਹਦੇ ਅੱਗੇ ਅੱਗੇ ਉਹਦਾ ਗਧਾ ਵਾਸ਼ੀ ਤੁਰਿਆ ਜਾਂਦਾ ਹੈ। ਗਧੇ ਦੀ ਪਿੱਠ ਉੱਤੇ ਬੋਰੀ, ਖੱਲ ਦਾ ਬਣਿਆ ਹੋਇਆ ਸ਼ਰਾਬ ਦਾ ਛੋਟਾ ਜਿਹਾ ਥੈਲਾ ਤੇ ਗਾਗਰ ਹੁੰਦੀ ਹੈ। ਇੱਕ ਖੁਸ਼ਹਾਲ ਪ੍ਰਦੇਸ਼ ਵਿੱਚ ਪਹਾੜੀ ਆਦਮੀ ਦੇ ਗਧੇ ਕੋਲੋਂ ਕਿਤੇ ਲਾਂਭੇ ਹੋ ਜਾਣ ਨਾਲ ਚੰਗੇ ਖਾਂਦੇ ਪੀਂਦੇ ਨਿਕੰਮੇ ਲੋਕਾਂ ਨੇ ਵਿਚਾਰੇ ਜਾਨਵਰ ਨੂੰ ਤੰਗ ਕਰਨਾ ਸ਼ੁਰੂ ਕਰਤਾ। ਇਹ ਉਹਦੇ ਜਿਸਮ ਉੱਤੇ ਨੁਕੀਲੇ ਡੰਡੇ ਤੇ ਕੰਡੇ ਚੁਭਾਉਣ ਲੱਗੇ ਤੇ ਉਹਨੂੰ ਦੁਲਤੀਆਂ ਮਾਰਨ ਲਈ ਮਜਬੂਰ ਕਰਨ ਲੱਗੇ। ਇਹਨਾਂ ਬੇਹੂਦਾ ਲੋਕਾਂ ਨੂੰ ਇੰਜ ਲੱਗਾ ਕਿ ਗਧਾ ਉਹਨਾਂ ਵੱਲੋਂ ਚੁਭੋਏ ਕੰਡਿਆਂ ਕਰਕੇ ਟਪੂਸੀਆਂ ਮਾਰ ਰਿਹਾ। ਪਹਾੜੀ ਆਦਮੀ ਨੇ ਵੇਖਿਆ ਕਿ ਉਹਦੇ ਵਫਾਦਾਰ ਦੋਸਤ ਯਾਨੀ ਗਧੇ ਦੀ ਖਿੱਲੀ ਉਡਾਈ ਜਾ ਰਹੀ ਹੈ। ਉਹਨੇ ਖੰਜਰ ਕੱਢ ਲਿਆ। ਪਹਾੜੀ ਆਦਮੀ ਨੂੰ ਚੜਾਉਣ ਦੀ ਬਜਾਏ ਤੁਸੀਂ ਕਿਸੇ ਰਿੱਛ ਨੂੰ ਚੜਾਉਂਦੇ ਤਾਂ ਤੁਹਾਡੇ ਲਈ ਉਹ ਜ਼ਿਆਦਾ ਚੰਗਾ ਹੁੰਦਾ, ਉਹਨੇ ਕਿਹਾ। ਪਰ ਇਹ ਨਿਕੰਮੇ ਜਵਾਨ ਡਰ ਗਏ। ਉਹਨਾਂ ਨੇ ਮਾਫੀ ਮੰਗੀ, ਤਰ੍ਹਾਂ ਤਰ੍ਹਾਂ ਦੇ ਮਿੱਠੇ ਲਫ਼ਜ਼ ਕਹੇ ਤੇ ਇਸ ਤਰ੍ਹਾਂ ਪਹਾੜੀ ਆਦਮੀ ਨੂੰ ਖੰਜਰ ਮਿਆਨ 'ਚ ਰੱਖਣ ਵਾਸਤੇ ਰਾਜ਼ੀ ਕਰ ਲਿਆ। ਜਦੋਂ ਸ਼ਾਂਤੀ ਨਾਲ ਗੱਲ ਸ਼ੁਰੂ ਹੋਈ ਤਾਂ ਉਹਨਾਂ ਜਵਾਨਾਂ ਨੇ ਪੁੱਛਿਆ, ਤੇਰੇ ਗਧੇ ਉੱਤੇ ਕੀ ਲੱਦਿਆ ਹੋਇਆ? ਇਹ ਤੂੰ ਸਾਨੂੰ ਵੇਚ ਦੇ। ਇਹਨੂੰ ਖਰੀਦਣ ਜੋਗਾ ਨਾ ਤਾਂ ਤੁਹਾਡੇ ਕੋਲ ਸੋਨਾ ਹੋਣਾ ਤੇ ਨਾ ਹੀ ਚਾਂਦੀ। ਤੂੰ ਇਹਦੀ ਕਿਸਮਤ ਦੱਸ, ਫਿਰ ਵੇਖੀ ਜਾਊ। ਇਹਦੀ ਕੋਈ ਕੀਮਤ ਨਹੀਂ ਹੋ ਸਕਦੀ। ਤੇਰੀਆਂ ਬੋਰੀਆਂ 'ਚ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹਦੀ ਕੀਮਤ ਨਹੀਂ ਹੋ ਸਕਦੀ? ਮੇਰਾ ਵਤਨ, ਮੇਰਾ ਦਾਗਿਸਤਾਨ। ਗਧੇ ਦੀ ਪਿੱਠ ਉੱਤੇ ਵਤਨ ਲੱਦਿਆ ਹੋਇਆ। ਜਵਾਨ ਠਾਕਾ ਮਾਰ ਕੇ ਹੱਸ ਪਏ। ਜ਼ਰਾ ਵਿਖਾਈ ਖਾ ਆਪਣਾ ਵਤਨ। ਪਹਾੜੀ ਆਦਮੀ ਨੇ ਬੋਰੀ ਖੋਲ੍ਹੀ ਤੇ ਲੋਕਾਂ ਨੂੰ ਉਹਦੇ 'ਚ ਆਮ ਮਿੱਟੀ ਦਿਸੀ, ਪਰ ਇਹ ਆਮ ਮਿੱਟੀ ਨਹੀਂ ਸੀ। ਉਹਦੇ 'ਚ 3/4 ਕੰਕਰ ਪੱਥਰ ਸਨ। ਬਸ ਇਹੀ ਕੁਝ ਹੈ ਇਹਦੇ ਵਿੱਚ। ਇਹੀ ਹੈ ਤੇਰਾ ਖਜ਼ਾਨਾ? ਆਖੋ, ਇਹ ਮੇਰੇ ਪਹਾੜਾਂ ਦੀ ਮਿੱਟੀ ਹੈ। ਇਹ ਮੇਰੇ ਪਿਤਾ ਜੀ ਦੀ ਪਹਿਲੀ ਪ੍ਰਾਰਥਨਾ ਹੈ, ਮੇਰੀ ਮਾਂ ਦਾ ਪਹਿਲਾ ਹੰਝੂ ਹੈ, ਮੇਰੀ ਪਹਿਲੀ ਕਸਮ ਹੈ, ਮੇਰੇ ਦਾਦੇ ਵੱਲੋਂ ਛੱਡੀ ਆਖਰੀ ਚੀਜ਼ ਹੈ ਜਿਹੜੀ ਮੈਂ ਆਪਣੇ ਪੋਤੇ ਲਈ ਛੱਡ ਜਾਵਾਂਗਾ। ਤੇ ਆਹ ਦੂਜੀ ਕੋਈ ਚੀਜ਼ ਹੈ? ਪਹਿਲਾਂ ਮੈਨੂੰ ਆਪਣੀ ਬੋਰੀ ਬੰਨ੍ਹ ਲੈਣ ਦਿਓ। ਬੋਰੀ ਬੰਨ੍ਹ ਕੇ ਤੇ ਉਹਨੂੰ ਗਧੇ ਦੀ ਪਿੱਠ ਤੇ ਟਿਕਾ ਕੇ ਪਹਾੜੀ ਆਦਮੀ ਨੇ ਗਾਗਰ ਦਾ ਢੱਕਣ ਲਾਇਆ। ਸਾਰਿਆਂ ਨੇ ਵੇਖਿਆ ਉਹਦੇ ਵਿੱਚ ਆਮ ਪਾਣੀ ਹੈ। ਇੰਨਾ ਹੀ ਨਹੀਂ, ਇਹ ਪਾਣੀ ਦਾ ਤਾਂ ਕੁਝ ਲੂਣਾ ਵੀ ਸੀ। ਤੇ ਤੂੰ ਇਹੋ ਜਿਹਾ ਪਾਣੀ ਆਪਣੇ ਨਾਲ ਲਈ ਫਿਰਨਾ ਹੈ ਜਿਹਨੂੰ ਪੀਣਾ ਵੀ ਸੰਭਵ ਨਹੀਂ। ਇਹ ਕਾਸਪੀ ਸਾਗਰ ਦਾ ਪਾਣੀ ਹੈ। ਕਾਸਪੀ ਸਾਗਰ 'ਚੋਂ ਦਾਗਿਸਤਾਨ ਇੰਜ ਦਿਸਦਾ ਜਿਵੇਂ ਕਿਸੇ ਸ਼ੀਸ਼ੇ 'ਚੋਂ। ਤੇ ਖੱਲ ਦੇ ਇਸ ਥੈਲੇ 'ਚ ਕੀ ਹੈ? ਦਾਗਿਸਤਾਨ ਦੇ 3 ਹਿੱਸੇ ਨੇ, ਪਹਿਲਾ ਧਰਤੀ, ਦੂਜਾ ਸਾਗਰ ਤੇ ਤੀਜਾ ਬਾਕੀ ਸਭ ਕੁਝ। ਮਤਲਬ ਇਹ ਕਿ ਭਈ ਖੱਲ ਦੇ ਇਸ ਥੈਲੇ 'ਚ ਬਾਕੀ ਸਭ ਕੁਝ ਹੈ? ਹਾਂ, ਸਭ ਕੁਝ ਹੈ। ਤੇ ਤੂੰ ਆਪਣੇ ਨਾਲੇ ਭਾਰ ਕਾਹਨੂੰ ਲਈ ਫਿਰਦਾ? ਇਸ ਲਈ ਕਿ ਮੇਰੀ ਮਾਤ ਭੂਮੀ, ਮੇਰਾ ਵਤਨ ਹਮੇਸ਼ਾ ਮੇਰੇ ਨਾਲ ਰਹੇ। ਜੇ ਕਿਤੇ ਰਾਹ 'ਚ ਮੈਨੂੰ ਮੌਤ ਆ ਜਾਏ ਤਾਂ ਮੇਰੀ ਕਬਰ ਉੱਤੇ ਮਿੱਟੀ ਪਾ ਦਿੱਤੀ ਜਾਏ ਤੇ ਕਬਰ ਉੱਤੇ ਲਾਏ ਜਾਣ ਵਾਲੇ ਪੱਥਰ ਨੂੰ ਸਾਗਰ ਦੇ ਪਾਣੀ ਨਾਲ ਧੋ ਦਿੱਤਾ ਜਾਏ। ਪਹਾੜੀ ਆਦਮੀ ਨੇ ਆਪਣੀ ਵਤਨ ਦੀ ਚੁਟਕੀ ਕੁ ਮਿੱਟੀ ਲਈ, ਉਹਨੂੰ ਉਂਗਲਾਂ ਉੱਤੇ ਮਲਿਆ, ਫਿਰ ਉਂਗਲਾਂ ਨੂੰ ਸਾਗਰ ਦੇ ਪਾਣੀ ਨਾਲ ਧੋ ਲਿਆ। ਤੂੰ ਇੰਜ ਕਿਉਂ ਕੀਤਾ? ਇਸ ਕਰਕੇ ਵੀ ਜਿਹੜੇ ਹੱਥ ਨਿਕੰਮੇ ਤੇ ਅਲਗਰਜ਼ ਲੋਕਾਂ ਨੂੰ ਲੱਗੇ ਹੁਣ ਉਹਨਾਂ ਨੂੰ ਧੋ ਲੈਣਾ ਚਾਹੀਦਾ। ਪਹਾੜੀ ਆਦਮੀ ਗਾਂ ਨੂੰ ਤੁਰ ਪਿਆ। ਉਹਦਾ ਸਫ਼ਰ ਅਜੇ ਵੀ ਜਾਰੀ ਸੀ। ਉਸੇ ਤਰ੍ਹਾਂ ਦਾਗਿਸਤਾਨ ਦੇ 3 ਖਜ਼ਾਨੇ ਸਨ, ਪਰਬਤ, ਸਾਗਰ ਤੇ ਬਾਕੀ ਸਭ ਕੁਝ। ਪਹਾੜੀ ਲੋਕਾਂ ਦੇ 3 ਹੀ ਗੀਤ ਹਨ। ਪ੍ਰਾਰਥਨਾ ਕਰਨ ਵਾਲਿਆਂ ਦੀਆਂ 3 ਹੀ ਪ੍ਰਾਰਥਨਾਵਾਂ ਹਨ। ਮੁਸਾਫਰ ਦੇ 3 ਹੀ ਉਦੇਸ਼ ਹਨ, ਧਨ, ਦੌਲਤ, ਮਸ਼ਹੂਰੀ ਤੇ ਸੱਚਾਈ। ਬਚਪਨ 'ਚ ਮਾਤਾ ਜੀ ਮੈਨੂੰ ਕਹਿੰਦੇ ਹੁੰਦੇ ਸਨ, ਦਾਗਿਸਤਾਨ ਇੱਕ ਪੰਛੀ ਹੈ, ਉਹਦੇ ਖੰਭਾਂ 'ਚ 3 ਬਹੁਮੁੱਲੇ ਰੋਮ ਹਨ। ਪਿਤਾ ਜੀ ਕਹਿੰਦੇ ਹੁੰਦੇ ਸਨ, 3 ਕਾਰੀਗਰਾਂ ਨੇ 3 ਕੀਮਤੀ ਚੀਜ਼ਾਂ ਨਾਲ ਸਾਡਾ ਦਾਗਿਸਤਾਨ ਬਣਾਇਆ। ਪਰ ਅਸਲ 'ਚ ਤਾਂ ਜਿਨ੍ਹਾਂ ਚੀਜ਼ਾਂ ਤੇ ਪਦਾਰਥਾਂ ਨਾਲ ਦਾਗਿਸਤਾਨ ਦੀ ਰਚਨਾ ਹੋਈ ਹੈ, ਉਹਨਾਂ ਦੀ ਗਿਣਤੀ ਕਿਤੇ ਵੱਧ ਹੈ। ਇੱਕ ਕੌੜੇ ਤਜਰਬੇ ਦੇ ਆਧਾਰ ਤੇ ਮੈਨੂੰ ਇਹਦਾ ਵਿਸ਼ਵਾਸ ਹੈ। ਕੋਈ 25 ਸਾਲ ਪਹਿਲਾਂ ਮੈਨੂੰ ਦਾਗਿਸਤਾਨ ਦੇ ਬਾਰੇ ਫਿਲਮ ਲਈ ਕਥਾ ਲਿਖਣ ਵਾਸਤੇ ਆਖਿਆ ਗਿਆ। ਮੈਂ ਉਹ ਲਿਖੀ।
ਉਹਦੇ ਉੱਤੇ ਵਿਚਾਰ ਵਟਾਂਦਰਾ ਹੋਣ ਲੱਗ ਪਿਆ। ਉਸ ਵੇਲੇ ਬਹੁਤ ਸਾਰੇ ਲੋਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਕੁਝ ਨੇ ਕਿਹਾ ਫੁੱਲਾਂ ਦੀ ਚਰਚਾ ਨਹੀਂ ਕੀਤੀ ਗਈ ਤੇ ਕੁਝ ਦੂਸਰਿਆਂ ਨੇ ਕਿਹਾ ਕਿ ਮਧੂਮੱਖੀਆਂ ਦਾ ਜ਼ਿਕਰ ਨਹੀਂ ਹੋਇਆ। ਕੁਝ ਹੋਰਾਂ ਨੇ ਵਿਚਾਰ ਪ੍ਰਗਟ ਕੀਤਾ ਕਿ ਰੁੱਖਾਂ ਬਾਰੇ ਕੁਝ ਨਹੀਂ ਲਿਖਿਆ। ਹਰ ਬੁਲਾਰੇ ਨੇ ਕਿਸੇ ਚੀਜ਼ ਦੀ ਘਾਟ ਦਾ ਜ਼ਿਕਰ ਕੀਤਾ। ਇਹ ਕਿਹਾ ਗਿਆ ਕਿ ਅਤੀਤ ਉੱਤੇ ਘੱਟ ਰੌਸ਼ਨੀ ਪਾਈ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਵਰਤਮਾਨ ਉੱਤੇ ਮੁਨਾਸਿਬ ਰੌਸ਼ਨੀ ਨਹੀਂ ਪਾਈ ਗਈ। ਆਖਰ ਗੱਲ ਇੱਥੇ ਆ ਕੇ ਮੁੱਕੀ ਕਿ ਫਿਲਮ ਦੀ ਇਸ ਕਥਾ ਵਿੱਚ ਗਧੇ ਤੇ ਗਧੀ ਨੂੰ ਥਾਂ ਹੀ ਨਹੀਂ ਦਿੱਤੀ ਗਈ ਤੇ ਉਹਨਾਂ ਤੋਂ ਬਿਨਾਂ ਦਾਗਿਸਤਾਨ ਦੀ ਕਲਪਨਾ ਹੀ ਕਿਵੇਂ ਕੀਤੀ ਜਾ ਸਕਦੀ ਹੈ। ਜੇ ਫਿਲਮ 'ਚ ਉਹ ਸਭ ਕੁਝ ਵਿਖਾਇਆ ਜਾਂਦਾ ਜਿਹਦੀ ਉਸ ਵੇਲੇ ਚਰਚਾ ਕੀਤੀ ਗਈ ਸੀ ਤਾਂ ਫਿਲਮ ਦੀ ਸ਼ੂਟਿੰਗ ਅੱਜ ਤੱਕ ਚੱਲਦੀ ਰਹਿਣੀ ਸੀ। ਫਿਰ ਵੀ ਦਾਗਿਸਤਾਨ ਦੇ 3 ਹਿੱਸੇ ਹਨ, ਪਰਬਤ, ਸਾਗਰ ਤੇ ਹੋਰ ਸਭ ਕੁਝ। ਹਾਂ, ਧਰਤੀ ਦਾ ਮਤਲਬ ਹੈ ਪਰਬਤ, ਖੱਡ, ਪਹਾੜੀ, ਪਗਡੰਡੀਆਂ ਤੇ ਚੱਟਾਨਾਂ। ਫਿਰ ਵੀ ਇਹ ਸਾਡੀ ਮਾਤ ਭੂਮੀ ਹੈ, ਸਾਡੇ ਪੁਰਖਿਆਂ ਦੇ ਖੂਨ ਪਸੀਨੇ ਨਾਲ ਸਿੰਜੀ ਹੋਈ। ਇਹ ਕਹਿਣਾ ਔਖਾ ਹੈ ਕਿ ਇੱਥੇ ਪਸੀਨਾ ਜ਼ਿਆਦਾ ਵਗਿਆ ਕਿ ਖੂਨ। ਲੰਮੇ ਯੁੱਧ, ਛੋਟੀਆਂ-ਛੋਟੀਆਂ ਲੜਾਈਆਂ, ਮੁੱਠਭੇੜਾਂ ਤੇ ਖੂਨ ਦਾ ਬਦਲਾ ਖੂਨ ਨਾਲ ਲੈਣ ਦੀ ਰੀਤ। ਪਹਾੜੀ ਲੋਕਾਂ ਦੀ ਬਗਲ 'ਚ ਸਿਰਫ ਸੋਹਣਾ ਲੱਗਣ ਵਾਸਤੇ ਹੀ ਸਦੀਆਂ ਤੱਕ ਖੰਜਰ ਨਹੀਂ ਲਟਕਦਾ। ਇਹ ਲੋਕ ਗੀਤ ਵਿੱਚ ਇੰਜ ਕਿਹਾ ਗਿਆ ਹੈ, ਜਿਸ ਥਾਂ ਹੁੰਦਾ ਏ 3 ਸਿਰ ਅੰਨ ਪੈਦਾ, 20 ਸੂਰਿਆਂ ਦਾ ਵਗਿਆ ਏ ਖੂਨ ਉੱਥੇ, 15 ਸਿਰ ਉਗਦਾ ਏ ਅੰਨ ਜਿੱਥੇ, 100 ਵੀਰਾਂ ਦਾ ਹੋਇਆ ਏ ਅੰਤ ਜਿੱਥੇ। ਮੇਰੇ ਪਿਤਾ ਜੀ ਨੇ ਸਾਡੀ ਧਰਤੀ ਬਾਰੇ ਇਹ ਲਿਖਿਆ ਸੀ, ਬੇਸ਼ੁਮਾਰ ਦਫਨ ਨੇ ਜਿਸਮ ਇੱਥੇ, ਮਰੇ ਹੋਇਆਂ ਤੋਂ ਮਾਰੇ ਗਏ ਕਿਤੇ ਜ਼ਿਆਦਾ। ਤੇ ਭੂਗੋਲ ਦੀ ਪਾਠ ਪੁਸਤਕ 'ਚ ਜਾਣਕਾਰੀ ਦੇਣ ਵਾਲੇ ਅੰਕੜਿਆਂ 'ਚ ਇਹ ਛਪਿਆ ਕਿ ਧਰਤੀ ਦਾ 1/3 ਹਿੱਸਾ ਬੰਜਰ ਚਟਾਨਾਂ ਦਾ ਹਿੱਸਾ ਹੈ। ਮੈਂ ਵੀ ਇਹਦੇ ਬਾਰੇ ਲਿਖਿਆ, ਜਿੱਥੇ ਵਾਦੀਆਂ ਧੁੰਦਲੀਆਂ, ਰੁੱਖ ਸਿੰਘ ਜਿਹੇ ਬਿਨ ਫਲਾਂ, ਊਠ ਦੀ ਪਿੱਠ ਤੇ ਉੱਚੇ ਪਰਬਤ, ਝਰਝਰ ਝਰਨੇ ਵਹਿਣ ਤਹਾਂ, ਇੱਦਾਂ ਜਿੱਦਾਂ ਸ਼ੇਰ ਦਹਾੜਨ, ਪਹਾੜੀ ਨਦੀਆਂ ਗਰਜਦੀਆਂ, ਜਲ ਝਰਨੇ ਨੇ ਵਾਂਗ ਅਯਾਲਾਂ, ਪੰਖੀ ਨੈਣ ਜਿਹੇ ਸੋਤ ਤਹਾਂ, ਸਿੱਧੀਆਂ ਸੁਖੜ ਚਟਾਨਾਂ ਵਿੱਚੋਂ ਜਿਉ ਪੱਥਰਾਂ 'ਚੋਂ ਨਿਕਲਦੇ ਗੀਤ ਗੂੰਜਦੇ, ਟਿੱਲਿਆਂ ਵਿੱਚੋਂ ਧੂ ਲੈਂਦੇ ਦਿਲ ਇਨਸਾਨਾਂ ਦੇ। ਸਵੇਰੇ ਰੇਡੀਓ ਤੋਂ ਮੌਸਮ ਦਾ ਹਾਲ ਸੁਣਦਿਆਂ ਹੋਇਆਂ ਇਹ ਪਤਾ ਲੱਗਦਾ ਹੈ ਕਿ ਖੰਜੂ ਵਿੱਚ ਬਰਫ਼ ਪੈ ਰਹੀ ਹੈ, ਆਖਤਾ 'ਚ ਮੀਂਹ ਪੈ ਰਿਹਾ, ਦੇਰਬੈਂਤ ਵਿੱਚ ਖੁਰਮਾਨੀਆਂ ਉੱਤੇ ਬੂਰ ਆ ਰਿਹਾ ਤੇ ਕੁਮੁਖ ਵਿੱਚ ਸਖਤ ਗਰਮੀ ਪੈ ਰਹੀ ਹੈ। ਛੋਟੇ ਜਿਹੇ ਦਾਗਿਸਤਾਨ 'ਚ ਇੱਕੋ ਵੇਲੇ ਪਾਲਾ, ਪਤਝੜ, ਬਸੰਤ ਤੇ ਗਰਮੀ ਹੁੰਦੀ ਹੈ। ਪਥਰੀਲੇ ਸ਼ਾਂਤ ਗੜਬੜ ਕਰਦੇ ਤੇ ਉੱਚੇ ਉੱਚੇ ਪਰਬਤ ਸਾਲ ਦੇ ਇਹਨਾਂ ਮੌਸਮਾਂ ਨੂੰ ਇੱਕ ਦੂਜੇ ਤੋਂ ਅਲੱਗ ਕਰਦੇ ਹਨ। ਅਵਾਰ ਭਾਸ਼ਾ ਦੇ ਮੋਏਰ ਸ਼ਬਦ ਦੇ 2 ਅਰਥ ਹਨ, ਪਰਬਤ ਤੇ ਨੱਕ। ਮੇਰੇ ਪਿਤਾ ਜੀ ਨੇ ਇਹਨਾਂ ਦੋਹਾਂ ਅਰਥਾਂ ਦਾ ਇਸ ਤਰ੍ਹਾਂ ਮੇਲ ਮਿਲਾਇਆ ਸੀ, ਪਰਬਤ ਵਿਸ਼ਵ ਦੀ ਹਰ ਘਟਨਾ ਤੇ ਮੌਸਮ ਦੀ ਹਰ ਤਬਦੀਲੀ ਨੂੰ ਸੁੰਘ ਲੈਂਦੇ ਹਨ। ਮੈਦਾਨ ਇਹ ਵੇਖਣ ਲਈ ਆਪਣੇ ਪਿਛਲ ਪੈਰਾਂ ਤੇ ਖੜੇ ਹੋ ਗਏ ਕਿ ਉਹਨਾਂ ਵੱਲ ਕੌਣ ਆ ਰਿਹਾ ਹੈ। ਇੰਜ ਪਰਬਤਾਂ ਦਾ ਜਨਮ ਹੋਇਆ। ਹਾਜੀ ਮੁਰਾਦ ਇੰਜ ਕਹਿੰਦਾ ਹੁੰਦਾ ਸੀ। ਮਾਤਾ ਜੀ ਮੇਰੇ ਪੰਘੂੜੇ ਕੋਲ ਮੂੰਹ ਵਿੱਚ ਹੀ ਕਹਿੰਦੇ ਹੁੰਦੇ ਸਨ ਕਿ ਮੈਂ ਪਰਬਤ ਵਾਂਗ ਵੱਡਾ ਹੋ ਜਾਵਾਂ। ਕਿੰਨੇ ਮੂੜ ਨੇ ਪਾਣੀ, ਨਦੀ, ਪਹਾੜੀ ਦੇ, ਨਮੀਓਂ ਬਿਨਾਂ ਚੱਟਾਨਾਂ ਇੱਥੇ ਤਿੜਕਦੀਆਂ, ਕਿਉਂ ਇੰਨੇ ਕਾਲ ਉੱਧਰ ਵਹਿੰਦੇ ਜਾਂਦੇ ਹੋ, ਕਿਉਂ ਇੰਨੇ ਕਾਲੇ ਉੱਧਰ ਵਹਿੰਦੇ ਜਾਂਦੇ ਹੋ, ਬਿਨਾਂ ਤੁਹਾਡੇ ਜਿੱਥੇ ਲਹਿਰਾਂ ਮਚਲਦੀਆਂ। ਬੜੀ ਮੁਸੀਬਤ ਹੈ ਤੂੰ ਮੇਰੇ ਦਿਲ ਪਾਗਲ, ਪਿਆਰੇ ਨੇ ਜੋ ਪਿਆਰ ਉਹਨਾਂ ਨੂੰ ਨਹੀਂ ਕਰਦਾ, ਖਿੱਚਿਆ ਜਾਣਾ ਤੂੰ ਤਾਂ ਉੱਧਰ ਹੀ ਸਦਾ, ਜਿੱਧਰ ਕੋਈ ਨੈਣ ਨਾ ਤੇਰੀ ਰਾਹ ਤੱਕਦਾ। ਮੇਰੇ ਮਾਤਾ ਜੀ ਜਦੋਂ ਕਦੇ ਬਲਹਾਰ ਜਾਤੀ ਦੇ ਲੋਕਾਂ ਨੂੰ ਘੜੇ, ਮਿੱਟੀ ਦੇ ਬਰਤਨ ਤੇ ਰਕਾਬੀਆਂ ਵੇਚਦਿਆਂ ਵੇਖਦੀ ਤਾਂ ਹਮੇਸ਼ਾ ਹੀ ਕਹਿੰਦੇ ਹੁੰਦੇ ਸਨ, ਇੰਨੀ ਮਿੱਟੀ ਬਰਬਾਦ ਕਰਦਿਆਂ ਹੋਇਆਂ ਇਹਨਾਂ ਨੂੰ ਦੇਖ ਲੈਣਾ ਹੁੰਦਾ, ਇਹਨਾਂ ਨੂੰ ਦੁੱਖ ਨਹੀਂ ਹੁੰਦਾ। ਮਿੱਟੀ ਵੇਚਣ ਵਾਲੇ ਤਾਂ ਮੈਨੂੰ ਜਮਾਂ ਨਹੀਂ ਚੰਗੇ ਲੱਗਦੇ। ਇਸ ਵਿੱਚ ਤਾਂ ਜ਼ਰਾ ਵੀ ਸ਼ੱਕ ਨਹੀਂ ਕਿ ਬਲਹਾਰ ਲੋਕ ਆਪਣੀ ਕਲਾ ਦੇ ਮਾਹਰ ਹਨ, ਪਰ ਪਹਾੜਾਂ ਵਿੱਚ ਜਿੱਥੇ ਮਿੱਟੀ ਇੰਨੀ ਘੱਟ ਹੈ, ਸਦਾ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਬਲਹਾਰਾਂ ਦੇ ਘੜਿਆਂ ਦੇ ਮੁਕਾਬਲੇ ਮਿੱਟੀ ਵਧੇਰੇ ਕੀਮਤੀ। ਪੁਰਾਣੇ ਜ਼ਮਾਨੇ ਦੀ ਗੱਲ ਹੈ, ਇੱਕ ਹਰਕਾਰਾ ਸਰਪਟ ਘੋੜਾ ਦੌੜਾਉਂਦਾ ਹੋਇਆ ਪਿੰਡ 'ਚ ਆਇਆ। ਉਸ ਵੇਲੇ ਸਾਰੇ ਮਰਦ ਮਸਜਿਦ 'ਚ ਨਮਾਜ਼ ਪੜ੍ਹ ਰਹੇ ਸਨ। ਘੋੜਸਵਾਰ ਜਿਹੜਾ ਚਰਵਾਹਾ ਸੀ, ਜੁੱਤੀਆਂ ਸਮੇਤ ਹੀ ਮਸਜਿਦ 'ਚ ਜਾ ਵੜਿਆ। ਓਏ ਬੁੱਧੂਆ, ਓਏ ਕਾਫਰਾ, ਮੁੱਲਾ ਨੇ ਚੀਖ ਕੇ ਕਿਹਾ, ਓਏ ਤੈਨੂੰ ਇਹ ਵੀ ਨਹੀਂ ਪਤਾ ਵੀ ਮਸਜਿਦ 'ਚ ਵੜਨ ਤੋਂ ਪਹਿਲਾਂ ਜੁੱਤੀ ਲਾਈ ਦੀ ਹੈ। ਮੇਰੀਆਂ ਜੁੱਤੀਆਂ ਉੱਤੇ ਲੱਗੀ ਮਿੱਟੀ ਮੇਰੀ ਪਿਆਰੀ ਵਾਦੀ ਦੀ ਧੂੜ ਹੈ। ਉਹ ਇਹਨਾਂ ਕਾਲੀਨਾਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ, ਕਿਉਂਕਿ ਇਸ ਮਿੱਟੀ ਉੱਤੇ ਦੁਸ਼ਮਣ ਟੁੱਟ ਪਿਆ ਹੈ। ਪਹਾੜੀ ਲੋਕ ਭੱਜ ਕੇ ਮਸਜਿਦ 'ਚੋਂ ਬਾਹਰ ਆ ਗਏ ਤੇ ਆਪਣੇ ਘੋੜਿਆਂ ਨੂੰ ਸਰਪਟ ਦੌੜਾਉਣ ਲੱਗੇ। ਦੂਰੋਂ ਆਉਣ ਵਾਲਾ ਪ੍ਰਾਹੁਣਾ ਜ਼ਿਆਦਾ ਪਿਆਰਾ ਹੁੰਦਾ ਹੈ। ਅਬੂ ਤਾਲਿਬ ਨੂੰ ਇਉਂ ਕਹਿਣਾ ਚੰਗਾ ਲੱਗਦਾ ਸੀ।
ਦੂਰ ਦੁਰਾਡੇ ਆਉਣ ਵਾਲਾ ਪ੍ਰਾਹੁਣਾ ਬੜੀ ਖੁਸ਼ੀ, ਬੜਾ ਪਿਆਰ ਜਾਂ ਬੜਾ ਦੁੱਖ ਗਮ ਲੈ ਕੇ ਆਉਂਦਾ ਹੈ। ਕੋਈ ਉਦਾਸੀਨ ਵਿਅਕਤੀ ਦੂਰੋਂ ਨਹੀਂ ਆਏਗਾ। ਇੱਕ ਪਰੰਪਰਾ ਵੀ ਹੈ ਕਿ ਜੇ ਪ੍ਰਾਹੁਣੇ ਨੂੰ ਤੁਹਾਡੇ ਘਰ 'ਚ ਕੋਈ ਚੀਜ਼ ਪਸੰਦ ਆ ਜਾਂਦੀ ਹੈ ਤੇ ਉਹਦੀ ਪ੍ਰਸ਼ੰਸਾ ਕਰਦਾ ਹੈ ਤਾਂ ਤੁਹਾਨੂੰ ਬੇਸ਼ੱਕ ਹੰਝੂ ਵਹਾਉਣੇ ਪੈਣ, ਉਹ ਚੀਜ਼ ਉਹਨੂੰ ਭੇਟ ਕਰ ਦਿਓ। ਕਹਿੰਦੇ ਨੇ ਇੱਕ ਨੌਜਵਾਨ ਨੇ ਆਪਣੀ ਮੰਗੇਤਰ ਤੱਕ, ਜਿਸ ਉੱਤੇ ਪਿੰਡ ਦੇ ਚਸ਼ਮੇ ਦੇ ਨੇੜੇ ਉਹਦੇ ਦੋਸਤ ਦੀ ਨਜ਼ਰ ਟਿਕ ਗਈ ਸੀ, ਭੇਟ ਕਰ ਦਿੱਤੀ ਸੀ। ਇਹ ਸਮਝਣਾ ਚਾਹੀਦਾ ਹੈ ਕਿ ਨੌਜਵਾਨ 200% ਉੱਚ ਦਰਜੇ ਦਾ ਪਹਾੜੀਆ ਸੀ। ਬੇਹਯਾ ਕਿਸਮ ਦਾ ਪ੍ਰਾਹੁਣਾ ਸਾਡੇ ਪੁਰਾਣੇ ਰੀਤੀ ਰਿਵਾਜ਼ਾਂ ਦਾ ਸਦਾ ਹੀ ਫਾਇਦਾ ਉਠਾ ਸਕਦਾ ਹੈ। ਪਰ ਪਹਾੜੀ ਲੋਕ ਵੀ ਹੁਣ ਜ਼ਿਆਦਾ ਸਮਝਦਾਰ ਹੋ ਗਏ ਹਨ। ਸੁੰਦਰ ਚੀਜ਼ਾਂ ਨੂੰ ਪ੍ਰਾਹੁਣਿਆਂ ਦੀ ਨਜ਼ਰ ਤੋਂ ਲਾਂਭੇ ਕਰ ਦਿੰਦੇ ਹਨ। ਤੇ ਬਹੁਤ ਸਮਾਂ ਪਹਿਲਾਂ ਇੱਕ ਵਾਰੀ ਇੰਝ ਹੋਇਆ ਕਿ ਕੁਮੁਖ ਤੋਂ ਇੱਕ ਪ੍ਰਾਹੁਣਾ ਆਇਆ, ਸਾਰੀਆਂ ਚੀਜ਼ਾਂ ਦੀ ਤਾਰੀਫ ਕਰਨ ਲੱਗਾ। ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਉਹਨੇ ਲਲਚਾਈਆਂ ਨਜ਼ਰਾਂ ਨਾਲ ਵੇਖਿਆ ਉਹਨੂੰ ਭੇਟ ਕਰ ਦਿੱਤੀਆਂ ਗਈਆਂ, ਪਰ ਵਿਦਾ ਕਰਨ ਤੋਂ ਪਹਿਲਾਂ ਉਹਨੂੰ ਆਪਣੇ ਬੂਟਾਂ ਉੱਤੇ ਮਿੱਟੀ ਝਾੜਨ ਲਈ ਮਜਬੂਰ ਕੀਤਾ ਗਿਆ। ਮਿੱਟੀ ਭੇਂਟ ਨਹੀਂ ਕੀਤੀ ਜਾਂਦੀ। ਪਹਾੜੀ ਲੋਕਾਂ ਨੇ ਉਹਨੂੰ ਇਹ ਵੀ ਕਹਿ ਦਿੱਤਾ, ਮਿੱਟੀ ਦੀ ਤਾਂ ਖੁਦ ਸਾਡੇ ਕੋਲ ਵੀ ਕਿੱਲਤ ਏ। ਲੋਕ ਬੂਟਾਂ ਉੱਤੇ ਹੀ ਸਾਰੀ ਮਿੱਟੀ ਲੈ ਜਾਣਗੇ ਤਾਂ ਅਸੀਂ ਅੰਨ ਕਿੱਥੋਂ ਉਗਾਵਾਂਗੇ। ਇੱਕ ਵਿਦੇਸ਼ੀ ਨੇ ਸਾਡੀ ਧਰਤੀ ਨੂੰ ਪਥਰੀਲੇ ਬੋਰੇ ਦਾ ਨਾਂ ਦਿੱਤਾ ਹੈ। ਹਾਂ, ਸਾਡੀ ਧਰਤੀ ਵਿੱਚ ਕੋਮਲਤਾ ਦੀ ਘਾਟ ਹੈ। ਪਹਾੜਾਂ ਉੱਤੇ ਰੁੱਖ ਵੀ ਅਕਸਰ ਨਜ਼ਰ ਨਹੀਂ ਆਉਂਦੇ। ਸਾਡੇ ਪਹਾੜ ਜੋਗੀਆਂ ਦੇ ਮੁੰਨੇ ਹੋਏ ਸਿਰਾਂ, ਹਾਥੀਆਂ ਦੇ ਸਪਾਟ ਚੀਕਣੇ ਕੰਨਿਆਂ ਜਿਹੇ ਹਨ। ਬਿਜਾਈ ਲਈ ਜ਼ਮੀਨ ਥੋੜ੍ਹੀ ਹੈ, ਉਸ ਵਿੱਚੋਂ ਹਾਸਲ ਹੋਣ ਵਾਲੀ ਫਸਲ ਵੀ ਬਹੁਤ ਘੱਟ ਹੁੰਦੀ ਹੈ। ਕਦੇ ਸਾਡੇ ਵਾਲੇ ਪਾਸੇ ਆਖਿਆ ਜਾਂਦਾ ਸੀ, ਉਸ ਵਿਚਾਰੇ ਦੀ ਫਸਲ ਤਾਂ ਗੁਆਂਢੀਆਂ ਦੀਆਂ ਨਾਸਾਂ 'ਚ ਭਰਨ ਜੋਗੀ ਵੀ ਨਹੀਂ ਹੋਣੀ। ਹਾਂ, ਸਾਡੇ ਪਹਾੜੀ ਲੋਕਾਂ ਦੀਆਂ ਨੱਕਾਂ ਵੀ ਖੂਬ ਵੱਡੀਆਂ ਵੱਡੀਆਂ, ਬਹੁਤ ਗਜ਼ਬ ਦੀਆਂ ਹਨ। ਦੁਸ਼ਮਣ ਘੁਰਾੜਿਆਂ ਦੀ ਆਵਾਜ਼ ਸੁਣ ਕੇ ਬਹੁਤ ਦੂਰੋਂ ਇਹ ਸਮਝ ਲੈਂਦੇ ਹਨ ਕਿ ਪਹਾੜੀਏ ਸੁੱਤੇ ਪਏ ਹਨ ਤੇ ਇਸੇ ਨਿਸ਼ਾਨੇ ਤੇ ਕਈ ਵਾਰੀ ਹਮਲਾ ਕਰ ਦਿੰਦੇ ਸਨ। ਕਿਸੇ ਦੇ ਚਿਹਰੇ ਉੱਤੇ ਚੇਚਕ ਦੇ ਢੇਰ ਸਾਰੇ ਨਿਸ਼ਾਨ ਵੇਖ ਕੇ ਅਬੂ ਤਾਲਿਬ ਨੇ ਕਿਹਾ, ਮੇਰੇ ਪਿਤਾ ਜੀ ਦੇ ਖੇਤ ਚੁੱਗੇ ਅੰਨ ਦੇ ਸਾਰੇ ਦਾਣੇ ਇਸ ਵਿਚਾਰੇ ਦੇ ਚਿਹਰੇ ਉੱਤੇ ਜਾ ਚਿਪਕੇ ਨੇ ਤਾਂ ਕਿ ਉਸ ਉੱਤੇ ਨਿਸ਼ਾਨ ਪਾ ਸਕਣ। ਪਹਾੜੀ ਲੋਕਾਂ ਕੋਲ ਜ਼ਮੀਨ ਘੱਟ ਤੇ ਘੱਟ ਹੀ ਉਪਜਾਊ ਵੀ ਹੈ। ਇਹਦੇ ਬਾਰੇ ਇੱਕ ਕਿੱਸਾ ਹੈ ਕਿ ਜਿਹੜਾ ਸ਼ਾਇਦ ਕਈ ਵਾਰ ਸੁਣਿਆ ਹੋਵੇ, ਕਿਉਂਕਿ ਉਹ ਬੜੇ ਅਰਸੇ ਤੋਂ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਤੇ ਇੱਕ ਸਪਾਟ ਛੱਤ ਤੋਂ ਦੂਜੀ ਸਪਾਟ ਛੱਤ ਤੱਕ ਸੁਣਾਇਆ ਜਾਂਦਾ ਰਿਹਾ। ਬੇਸ਼ੱਕ ਉਹ ਲੋਕ ਮੈਨੂੰ ਕੋਸਣਗੇ ਜਿਨ੍ਹਾਂ ਨੇ ਪਹਿਲਾਂ ਹੀ ਸੁਣਿਆ ਹੋਇਆ, ਫਿਰ ਵੀ ਇਹਨੂੰ ਸੁਣਾਏ ਬਿਨਾਂ ਨਹੀਂ ਰਹਿ ਸਕਦਾ। ਕਿਸੇ ਪਹਾੜੀਏ ਨੇ ਆਪਣੀ ਪੈਲੀ ਵਾਹੁਣ ਦਾ ਇਰਾਦਾ ਬਣਾਇਆ। ਉਹਦੀ ਪੈਲੀ ਪਿੰਡੋਂ ਦੂਰ ਸੀ। ਉਹ ਸ਼ਾਮ ਨੂੰ ਹੀ ਉੱਥੋਂ ਚਲਾ ਗਿਆ ਤਾਂ ਕਿ ਤੜਕੇ ਹੀ ਕੰਮ ਉੱਤੇ ਜੁਟ ਜਾਵੇ। ਤੇ ਇਹ ਪਹਾੜੀ ਆਦਮੀ ਉੱਥੇ ਪਹੁੰਚਿਆ। ਉਹਨੇ ਆਪਣਾ ਲਬਾਦਾ ਉੱਥੇ ਵਿਛਾਇਆ ਤੇ ਸੌਂ ਗਿਆ। ਉਹ ਸਾਜਰੇ ਉੱਠ ਪਿਆ ਤਾਂ ਕਿ ਪੈਲੀ 'ਚ ਹਲ ਵਾਹ ਸਕੇ, ਪਰ ਪੈਲੀ ਤਾਂ ਕਿਤੇ ਹੈ ਹੀ ਨਹੀਂ ਸੀ। ਉਹਨੇ ਇੱਧਰ ਉੱਧਰ ਨਜ਼ਰ ਮਾਰੀ, ਪਰ ਪੈਲੀ ਤਾਂ ਉਹਨੂੰ ਕਿਤੇ ਦਿਸੀ ਨਹੀਂ। ਗੁਨਾਹਾਂ ਦੀ ਸਜ਼ਾ ਦੇਣ ਵਾਸਤੇ ਅੱਲਾ ਨੇ ਉਹਦੇ ਕੋਲੋਂ ਪੈਲੀ ਖੋਹ ਲਈ ਸੀ, ਜਾਂ ਇਮਾਨਦਾਰ ਬੰਦੇ ਦਾ ਮਜ਼ਾਕ ਉਡਾਉਣ ਲਈ ਸ਼ੈਤਾਨ ਨੇ ਉਹਨੂੰ ਕਿਤੇ ਛੁਪਾ ਦਿੱਤਾ ਸੀ। ਕੋਈ ਚਾਰਾ ਨਹੀਂ ਸੀ। ਪਹਾੜੀ ਆਦਮੀ ਮਨੋ ਮਨੀ ਦੁਖੀ ਹੁੰਦਾ ਰਿਹਾ ਤੇ ਆਖਰ ਉਹਨੇ ਘਰ ਮੁੜਨ ਦਾ ਫੈਸਲਾ ਕੀਤਾ। ਉਹਨੇ ਜ਼ਮੀਨ ਉੱਤੋਂ ਲਬਾਦਾ ਚੁੱਕਿਆ ਤੇ ਵਾਹ ਹੋਏ ਰੱਬਾ, ਇਹ ਪਈਏ ਲਬਾਦੇ ਹੇਠਾਂ ਉਹਦੀ ਪੈਲੀ। ਪਹਾੜੀ ਲੋਕਾਂ ਲਈ ਉੱਚੀ ਪਹਾੜੀ ਜ਼ਮੀਨ ਬੜੀ ਕੀਮਤੀ ਹੈ, ਭਾਵੇਂ ਉਹਨਾਂ ਦੀ ਜ਼ਿੰਦਗੀ ਖਾਸੀ ਮੁਸ਼ਕਿਲ ਹੈ। ਰਾਹੀ ਪਰਬਤਾਂ ਦੀਆਂ ਢਲਾਣਾਂ ਤੇ ਕਦੇ-ਕਦੇ ਚਟਾਨਾਂ ਉੱਤੇ ਖੇਤਾਂ ਦੇ ਇਹਨਾਂ ਟੁਕੜਿਆਂ, ਪੱਥਰਾਂ 'ਚ ਉਗਾਏ ਬਾਗ ਬਗੀਚਿਆਂ ਤੇ ਖੱਡ ਦੇ ਉੱਤੇ ਡੰਡੀ ਜਾਂਦੀਆਂ ਭੇਡਾਂ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਹਨ, ਜਿਹੜੀਆਂ ਰੱਸੇ ਉੱਤੇ ਤੁਰਦੇ ਬਾਜੀਗਰਾਂ ਜਿਹੀ ਨਿਪੁੰਨਤਾ ਤੇ ਫੁਰਤੀ ਨਾਲ ਵੱਡੀਆਂ-ਵੱਡੀਆਂ ਖੱਡਾਂ ਨੂੰ ਲੰਘਦੀਆਂ ਹਨ। ਇਹ ਸਭ ਕੁਝ ਵੇਖਣ ਨੂੰ ਅਸਾਧਾਰਨ ਰੂਪ 'ਚ ਸੁੰਦਰ ਹੈ। ਇਸੇ ਲਈ ਬਣਾਇਆ ਗਿਆ ਕਿ ਕਵਿਤਾਵਾਂ 'ਚ ਇਹਦਾ ਗੁਣ ਗਾਣ ਕੀਤਾ ਜਾਵੇ, ਪਰ ਇੱਥੇ ਕੰਮ ਕਰਨਾ ਤੇ ਜਿਉਣਾ ਕਠਿਨ ਹੈ। ਇਹਦੇ ਬਾਵਜੂਦ ਜੇ ਕਿਸੇ ਪਹਾੜੀ ਆਦਮੀ ਨੂੰ ਮੈਦਾਨਾਂ 'ਚ ਜਾ ਕੇ ਵਸਣ ਲਈ ਕਿਹਾ ਜਾਏ ਤਾਂ ਇਹੋ ਜਿਹੀ ਤਜਵੀਜ਼ ਨੂੰ ਆਪਣਾ ਅਪਮਾਨ ਸਮਝੇਗਾ। ਲੋਕ ਦੱਸਦੇ ਹਨ ਕਿ ਇੱਕ ਪਹਾੜੀ ਆਦਮੀ ਦਾ ਪੁੱਤਰ ਸ਼ਹਿਰੋਂ ਆਇਆ ਤੇ ਆਪਣੇ ਬੁੱਢੇ ਪਿਓ ਨੂੰ ਸ਼ਹਿਰ ਚੱਲਣ ਵਾਸਤੇ ਮਨਾਉਣ ਲੱਗਾ। ਇਹੋ ਜਿਹੇ ਲਫ਼ਜ਼ਾਂ ਨਾਲ ਮੇਰਾ ਦਿਲ ਦਿਖਾਉਣ ਦੀ ਬਜਾਏ ਬਿਹਤਰ ਹੁੰਦਾ ਜੇ ਤੂੰ ਖੰਜਰ ਮਾਰ ਕੇ ਮੇਰਾ ਢਿੱਡ ਪਾੜ ਦਿੰਦਾ। ਬੁੱਢੇ ਪਹਾੜੀਏ ਨੇ ਜਵਾਬ ਦਿੱਤਾ, ਇਹ ਸਮੱਸਿਆ ਮੌਜੂਦ ਹੈ ਤੇ ਕਾਫੀ ਕਠਿਨ ਹੈ। ਬਹੁਤ ਸਾਲ ਪਹਿਲਾਂ ਪਿੰਡਾਂ ਵਿੱਚ ਇੱਕ ਬੜਾ ਅਸਰਦਾਰ ਨਾਅਰਾ ਲਾਇਆ ਗਿਆ ਸੀ, ਅਸੀਂ ਪਥਰੀਲੇ ਬੋਰਿਆਂ 'ਚੋਂ ਨਿਕਲ ਕੇ ਫੁੱਲਾਂ ਵਾਲੇ ਮੈਦਾਨਾਂ 'ਚ ਜਾ ਵਸਾਂਗੇ। ਪਹਾੜਾਂ 'ਚ ਧੂਏ ਵਾਲੇ ਚੁੱਲ੍ਹੇ ਦੇ ਕੋਲ ਮੈਦਾਨ ਦੀ ਵਧੀਆ ਭੱਠੀ ਨਾਲੋਂ ਕਿਤੇ ਜ਼ਿਆਦਾ ਸਵਾਦ ਹੈ। ਜਿਹਨੂੰ ਢਿੱਡ ਦਾ ਫਿਕਰ ਹੈ ਉਹ ਬੇਸ਼ੱਕ ਉੱਥੋਂ ਚਲਾ ਜਾਏ ਤੇ ਜਿਹਨੂੰ ਦਿਲ ਦਾ ਫਿਕਰ ਹੈ ਉਹ ਇੱਥੇ ਰਹੇਗਾ। ਅਸੀਂ ਕਿਸੇ ਦਾ ਕਤਲ ਨਹੀਂ ਕੀਤਾ, ਕਿਸੇ ਦੇ ਘਰ ਨਹੀਂ ਸਾੜੇ, ਫਿਰ ਕਿਉਂ ਸਾਡਾ ਜਲਾ ਵਤਨ ਕੀਤਾ ਜਾ ਰਿਹਾ? ਮਸ਼ੀਨਾਂ ਤਾਂ ਇੱਥੇ ਵੀ ਕੰਮ ਕਰ ਸਕਦੀਆਂ ਨੇ, ਤਾਰ ਤਾਂ ਇੱਥੋਂ ਵੀ ਚਲੀ ਜਾਏਗੀ। ਮੱਛਰਾਂ ਤੇ ਮੱਖੀਆਂ ਦਾ ਪੇਟ ਭਰਨ ਲਈ ਅਸੀਂ ਜਨਮ ਨਹੀਂ ਲਿਆ। ਪੈਟਰੋਲ ਦੀ ਮੁਸ਼ਕ ਨਾਲੋਂ ਪਾਥੀ ਦਾ ਧੂੰਆਂ ਕਿਤੇ ਬਿਹਤਰ ਹੈ। ਪਹਾੜੀ ਫੁੱਲ ਜ਼ਿਆਦਾ ਚਟਕੀਲੇ ਨੇ, ਨਲਕੇ ਦੇ ਪਾਣੀ ਨਾਲੋਂ ਚਸ਼ਮੇ ਦਾ ਪਾਣੀ ਕਿਤੇ ਮਿੱਠਾ ਹੈ। ਅਸੀਂ ਇੱਥੋਂ ਕਿਤੇ ਨਹੀਂ ਜਾਣਾ।
ਅਸੀਂ ਪਥਰੀਲੇ ਬੋਰਿਆਂ 'ਚੋਂ ਨਿਕਲ ਕੇ ਫੁੱਲਾਂ ਵਾਲੇ ਮੈਦਾਨਾਂ 'ਚ ਜਾ ਵਸਾਂਗੇ। ਇਸ ਨਾਅਰੇ ਦਾ ਹਰ ਪਹਾੜੀ ਆਦਮੀ ਨੇ ਆਪਣੇ ਢੰਗ ਨਾਲ ਇੰਝ ਜਵਾਬ ਦਿੱਤਾ। ਪਹਾੜੀ ਲੋਕ ਇਸੇ ਸਿਲਸਿਲੇ 'ਚ ਸਲਾਹ ਲੈਣ ਲਈ ਮੇਰੇ ਪਿਤਾ ਜੀ ਕੋਲ ਵੀ ਆਏ ਕਿ ਉਹ ਕਿਸੇ ਹੋਰ ਥਾਂ ਜਾ ਵਸਣ ਕਿ ਇੱਥੇ ਹੀ ਰਹਿਣ। ਕੋਈ ਪੱਕਾ ਜਵਾਬ ਦੇਣ 'ਤੇ ਪਿਤਾ ਜੀ ਨੇ ਝਿਜਕ ਮਹਿਸੂਸ ਕੀਤੀ ਅਤੇ ਜੇ ਇੱਥੇ ਰਹਿਣ ਦੀ ਸਲਾਹ ਦੇ ਦਿਆਂਗਾ ਅਤੇ ਬਾਅਦ 'ਚ ਇਹਨਾਂ ਨੂੰ ਪਤਾ ਲੱਗਾ ਵੀ ਮੈਦਾਨਾਂ 'ਚ ਜ਼ਿੰਦਗੀ ਬਿਹਤਰ ਹੈ ਤਾਂ ਮੈਨੂੰ ਬੁਰਾ ਭਲਾ ਆਖਣਗੇ ਅਤੇ ਜੇ ਸਲਾਹ ਦੇਣਾ ਵੀ ਹੇਠਾਂ ਜਾ ਵਸਣ ਅਤੇ ਉੱਥੇ ਜ਼ਿੰਦਗੀ ਕਿਸੇ ਢੰਗ ਦੀ ਨਾ ਹੋਈ ਤਾਂ ਮੈਨੂੰ ਕੋਸਣਗੇ। ਖੁਦ ਹੀ ਤੈਅ ਕਰੋ ਮੇਰੇ ਪਿਤਾ ਜੀ, ਹਮਜ਼ਾਦ ਤਸਾਦਾਸਾ ਨੇ ਉਦੋਂ ਉਹਨਾਂ ਨੂੰ ਜਵਾਬ ਦਿੱਤਾ। ਵਕਤ ਬਦਲਦਾ ਅਤੇ ਇਹਦੇ ਨਾਲ ਹੀ ਜ਼ਿੰਦਗੀ ਵੀ। ਸਿਰ ਦੀਆਂ ਟੋਪੀਆਂ ਹੀ ਨਹੀਂ ਬਦਲੀਆਂ, ਫਰ ਦੀਆਂ ਟੋਪੀਆਂ ਦੀ ਥਾਂ ਛੱਜੇਦਾਰ ਹਲਕੀਆਂ ਟੋਪੀਆਂ, ਸਗੋਂ ਟੋਪੀਆਂ ਦੇ ਹੇਠਾਂ ਜਵਾਨ ਲੋਕਾਂ ਦੇ ਦਿਮਾਗਾਂ 'ਚ ਵਿਚਾਰ ਵੀ ਬਦਲੇ ਹਨ। ਤਰ੍ਹਾਂ ਤਰ੍ਹਾਂ ਦੀਆਂ ਜਾਤੀਆਂ, ਕਬੀਲਿਆਂ, ਬਰਾਦਰੀਆਂ ਦਾ ਆਪਸ 'ਚ ਮੇਲ ਹੋ ਰਿਹਾ। ਸਾਡੇ ਪੁੱਤਰਾਂ ਦੀਆਂ ਕਬਰਾਂ ਪਿਓਆਂ ਦੇ ਪਿੰਡਾਂ ਤੋਂ ਵੱਧ ਦੂਰ ਹੁੰਦੀਆਂ ਜਾ ਰਹੀਆਂ ਹਨ। ਪੱਥਰ, ਸਿਲਾਂ, ਵੱਡੇ ਵੱਡੇ ਪੱਥਰ, ਛੋਟੇ ਛੋਟੇ ਕੰਕਰ, ਗੋਲ ਪੱਥਰ, ਨੁਕੀਲੇ ਪੱਥਰ। ਇਹਨਾਂ ਪੱਥਰਾਂ 'ਚ ਕੁਝ ਉਗਾਉਣ ਲਈ ਪਹਾੜ ਦੇ ਪਾਸੇ ਵਿੱਚੋਂ ਟੋਕਰੀਆਂ ਭਰ ਭਰ ਕੇ ਮਿੱਟੀ ਉੱਪਰ ਢੋਈ ਜਾਂਦੀ ਹੈ। ਪਤਝੜ ਤੇ ਸਿਆਲਾਂ ਵਿੱਚ ਘਾਹ ਨਾਲ ਢਕੀਆਂ ਢਲਾਣਾਂ ਨੂੰ ਸਾੜਿਆ ਜਾਂਦਾ ਹੈ ਤਾਂ ਕਿ ਵਧੇਰੇ ਚੰਗਾ ਘਾਹ ਉੱਗੇ। ਪਹਾੜਾਂ ਵਿੱਚ ਅਨੇਕਾਂ ਅੱਗਾਂ ਮੈਨੂੰ ਯਾਦ ਹਨ। ਬਸੰਤ ਉਦੋਂ ਬੁੱਢੇ ਇੱਕ ਦੂਜੇ ਉੱਤੇ ਮਿੱਟੀ ਦੇ ਗੋਲੇ ਸੁੱਟਦੇ ਸੀ। ਕੰਮਕਾਰ ਵਾਲੇ ਆਦਮੀ ਦੇ ਬਾਰੇ ਸਾਡੇ ਵਾਲੇ ਪਾਸੇ ਆਖਿਆ ਜਾਂਦਾ ਹੈ ਕਿ ਬਹੁਤ ਸਾਰੇ ਪਰਬਤ ਤੇ ਚੋਟੀਆਂ ਲੰਘੀਆਂ ਨੇ ਉਹਨਾਂ। ਨਿਕੰਮੇ ਆਦਮੀ ਬਾਰੇ ਕਿਹਾ ਜਾਂਦਾ ਉਹਨੇ ਤਾਂ ਪੱਥਰ ਉੱਤੇ ਇੱਕ ਵਾਰੀ ਵੀ ਕਹੀ ਨਹੀਂ ਚਲਾਈ। ਤੁਹਾਡੇ ਖੇਤਾਂ 'ਚ ਫਸਲਾਂ ਦੇ ਇੰਨੇ ਸਿੱਟੇ ਹੋਣ ਵੀ ਉਹਨਾਂ ਨੂੰ ਰੱਖਣ ਲਈ ਥਾਂ ਥੋੜ੍ਹੀ ਪੈ ਜਾਏ, ਪਹਾੜੀ ਲੋਕਾਂ ਦੀ ਇਹ ਸਭ ਤੋਂ ਵਧੀਆ ਸ਼ੁਭ ਕਾਮਨਾ ਹੁੰਦੀ ਹੈ। ਤੇਰੀ ਜ਼ਮੀਨ ਸੁੱਕ ਜੇ, ਬੰਜਰ ਹੋ ਜੇ, ਸਭ ਤੋਂ ਵੱਡਾ ਸਰਾਪ ਹੁੰਦਾ ਹੈ। ਇਸ ਧਰਤੀ ਦੀ ਸਹੁੰ ਸਭ ਤੋਂ ਪੱਕੀ ਸਹੁੰ ਇਹ ਹੁੰਦੀ ਹੈ। ਕਿਸੇ ਪਰਾਏ ਖੇਤ ਵਿੱਚ ਜਾਣ ਵਾਲੇ ਗਧੇ ਦੀ ਹੱਤਿਆ ਕੀਤੀ ਜਾ ਸਕਦੀ ਹੈ ਤੇ ਇਹਦੇ ਵਾਸਤੇ ਕੋਈ ਸਜ਼ਾ ਨਹੀਂ ਹੁੰਦੀ ਸੀ। ਇੱਕ ਪਹਾੜੀ ਆਦਮੀ ਚੀਖਦਾ ਹੋਇਆ ਕਹਿੰਦਾ ਰਹਿੰਦਾ ਸੀ, ਜੇ ਹਾਜੀ ਮੁਰਾਦ ਦਾ ਗਧਾ ਵੀ ਮੇਰੀ ਧਰਤੀ ਉੱਤੇ ਆ ਜੇਗਾ ਤਾਂ ਉਹਦੀ ਵੀ ਖੈਰ ਨਹੀਂ। ਹਰ ਪਿੰਡ ਦੇ ਆਪਣੇ ਨਿਯਮ ਹਨ, ਪਰ ਸਾਰੇ ਥਾਈਂ ਖੇਤ ਜਾਂ ਧਰਤੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਸਭ ਤੋਂ ਵੱਡਾ ਜੁਰਮਾਨਾ ਵਸੂਲ ਕੀਤਾ ਜਾਂਦਾ ਸੀ। ਸੰਨ 1859 ਦੇ ਅਗਸਤ ਮਹੀਨੇ 'ਚ ਗੁਨੀਬ ਪਰਬਤ ਉੱਤੇ ਇਮਾਮ ਸ਼ਾਮੀਲ ਆਪਣੀ ਜ਼ਿੰਦਗੀ ਆਪਣੇ ਜੰਗੀ ਘੋੜੇ ਤੇ ਹੇਠਾਂ ਉਤਰਿਆ ਤੇ ਉਹਨੇ ਇੱਕ ਮਹਾਨ ਕੈਦੀ ਦੇ ਰੂਪ 'ਚ ਖੁਦ ਨੂੰ ਪ੍ਰਿੰਸ ਬਰਿਆਤਿਨਸਕੀ ਦੇ ਸਾਹਮਣੇ ਪੇਸ਼ ਕੀਤਾ। ਖੱਬੇ ਪੈਰ ਨੂੰ ਥੋੜਾ ਜਿਹਾ ਗਾਂਹ ਕਰਕੇ ਤੇ ਉਹਨੂੰ ਇੱਕ ਪੱਥਰ ਉੱਤੇ ਟਿਕਾ ਕੇ ਸੱਜੇ ਨੂੰ ਤਲਵਾਰ ਦੇ ਮੁੱਠੇ ਤੇ ਰੱਖ ਕੇ ਆਲੇ ਦੁਆਲੇ ਦੇ ਪਹਾੜਾਂ ਉੱਤੇ ਧੁੰਦਲੀ ਜੀ ਨਜ਼ਰ ਮਾਰ ਕੇ ਸ਼ਾਮੀਲ ਨੇ ਕਿਹਾ, ਹਜ਼ੂਰ, ਇਹਨਾਂ ਪਹਾੜਾਂ ਤੇ ਇਹਨਾਂ ਪਹਾੜੀ ਲੋਕਾਂ ਦੀ ਇੱਜ਼ਤ ਬਚਾਉਣ ਦੀ ਖਾਤਰ ਮੈਂ 25 ਸਾਲ ਤੱਕ ਲੜਦਾ ਰਿਹਾ। ਮੇਰੇ 19 ਜ਼ਖਮ ਟੀਸਾ ਮਾਰਦੇ ਨੇ ਤੇ ਉਹ ਕਦੇ ਨਹੀਂ ਭਰਨੇ। ਹੁਣ ਮੈਂ ਕੈਦੀ ਵਜੋਂ ਆਪਣੇ ਆਪ ਨੂੰ ਤੇ ਆਪਣੀ ਧਰਤੀ ਨੂੰ ਤੁਹਾਡੇ ਹਵਾਲੇ ਕਰਦਾ। ਇਹਦੇ ਵਾਸਤੇ ਦੁਖੀ ਹੋਣ ਦੀ ਇੰਨਾ ਲੋੜ ਨਹੀਂ। ਕਮਾਲ ਦੀ ਹੈ ਤੇਰੀ ਧਰਤੀ ਵੀ, ਸਿਰਫ ਚੱਟਾਨਾਂ ਤੇ ਪੱਥਰ ਹੀ ਤਾਂ ਹੈ। ਹਜ਼ੂਰ, ਇਹ ਦੱਸੋ ਵੀ ਸਾਡੇ ਇਸ ਜੰਗ ਵਿੱਚ ਕੌਣ ਜ਼ਿਆਦਾ ਸਹੀ ਸੀ, ਅਸੀਂ ਜਿਹੜੇ ਇਸ ਧਰਤੀ ਨੂੰ ਸ਼ਾਨਦਾਰ ਮੰਨਦੇ ਹੋਏ ਇਹਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰਦੇ ਰਹੇ ਹਾਂ, ਜਾਂ ਤੁਸੀਂ ਜਿਹੜੇ ਇਹਨੂੰ ਬੁਰੀ ਸਮਝਦੇ ਹੋਏ ਇਹਦੀ ਖਾਤਰ ਮਰਦੇ ਰਹੇ ਹੋ। ਕੈਦੀ ਸ਼ਾਮੀਲ ਨੂੰ 1 ਮਹੀਨੇ ਤੱਕ ਦਾ ਪੈਂਡਾ ਤੈਅ ਕਰਕੇ ਪੀਟਰਸਬਰਗ ਲਿਜਾਇਆ ਗਿਆ। ਪੀਟਰਸਬਰਗ ਵਿੱਚ ਸਮਰਾਟ ਨੇ ਉਹਦੇ ਕੋਲੋਂ ਪੁੱਛਿਆ, ਤੈਨੂੰ ਰਾਹ ਕਿਹੋ ਜਿਹਾ ਲੱਗਾ? ਵੱਡਾ ਮੁਲਕ ਹੈ, ਬਹੁਤ ਵੱਡਾ ਮੁਲਕ। ਇਮਾਮ, ਇਹ ਦੱਸ ਵੀ ਜੇ ਤੈਨੂੰ ਇਹ ਪਤਾ ਲੱਗ ਜਾਂਦਾ ਵੀ ਮੇਰਾ ਰਾਜ ਇੰਨਾ ਵੱਡਾ ਹੈ ਤੇ ਇੰਨਾ ਸ਼ਕਤੀਸ਼ਾਲੀ ਹੈ ਤਾਂ ਤੂੰ ਇਹਦੇ ਖਿਲਾਫ ਫਿਰ ਵੀ ਇੰਨੀ ਦੇਰ ਤੱਕ ਲੜਦਾ ਰਹਿੰਦਾ ਜਾਂ ਸਮਝਦਾਰੀ ਵਿਖਾਉਂਦਿਆਂ ਹੋਇਆਂ ਠੀਕ ਵਕਤ ਤੇ ਹਥਿਆਰ ਸੁੱਟ ਦਿੰਦਾ। ਪਰ ਤੁਸੀਂ ਵੀ ਤਾਂ ਇਹ ਜਾਣਦਿਆਂ ਹੋਇਆਂ ਵੀ ਸਾਡਾ ਦੇਸ਼ ਇੰਨਾ ਛੋਟਾ ਹੈ ਤੇ ਕਮਜ਼ੋਰ ਹੈ, ਇੰਨਾ ਚਿਰ ਸਾਡੇ ਖਿਲਾਫ ਲੜਦੇ ਰਹੇ ਹੋ। ਮੇਰੇ ਪਿਤਾ ਜੀ ਕੋਲ ਸ਼ਾਮੀਲ ਦਾ ਇੱਕੋ ਖੱਤ ਜ਼ਿਆਦਾ ਸਹੀ ਹੋਏਗਾ ਜੇ ਕਹੀਏ ਉਹਦਾ ਜਵਾਬ ਵਿਦਾਈ ਦਾ ਖੱਤ ਸਾਂਭਿਆ ਪਿਆ ਰਿਹਾ। ਇਹ ਹੈ ਉਹ ਖੱਤ। ਮੇਰੇ ਪਹਾੜੀ ਲੋਕੋ, ਆਪਣੀਆਂ ਨੰਗੀਆਂ ਤੇ ਵੀਰਾਨ ਚੱਟਾਨਾਂ ਨੂੰ ਪਿਆਰ ਕਰੋ। ਇਹ ਬਹੁਤ ਘੱਟ ਦੌਲਤ ਲਿਆਈਆਂ ਨੇ ਤੁਹਾਡੇ ਲਈ, ਪਰ ਇਹਨਾਂ ਚੱਟਾਨਾਂ ਤੋਂ ਬਿਨਾਂ ਤੁਹਾਡੀ ਧਰਤੀ ਜਿਹੀ ਨਹੀਂ ਹੋਏਗੀ ਤੇ ਧਰਤੀ ਦੇ ਬਿਨਾਂ ਵਿਚਾਰੇ ਪਹਾੜੀ ਲੋਕਾਂ ਵਾਸਤੇ ਆਜ਼ਾਦੀ ਨਹੀਂ ਹੋਏਗੀ। ਇਹਨਾਂ ਚੱਟਾਨਾਂ ਲਈ ਜੂਝੋ, ਇਹਨਾਂ ਦੀ ਰਾਖੀ ਕਰੋ। ਇਹੀ ਖਾਹਿਸ਼ ਹੈ ਪਈ ਤੁਹਾਡੀਆਂ ਤਲਵਾਰਾਂ ਦੀ ਟਣਕਾਰ ਕਬਰ ਵਿਚਲੀ ਮੇਰੀ ਨੀਂਦ ਨੂੰ ਮਿੱਠੀ ਬਣਾ ਦੇਵੇ। ਸ਼ਾਮੀਲ ਨੇ ਪਹਾੜੀ ਲੋਕਾਂ ਦੀ ਤਲਵਾਰ ਦੀ ਟਣਕਾਰ ਤੇ ਆਵਾਜ਼ ਅਨੇਕਾਂ ਵਾਰ ਸੁਣੀ। ਭਾਵੇਂ ਪਹਾੜੀ ਲੋਕ ਹੁਣ ਕਿਸੇ ਹੋਰ ਨਿਸ਼ਾਨੇ ਲਈ ਜੂਝ ਰਹੇ ਸਨ। ਦਾਗਿਸਤਾਨ ਦੀ ਭੂਮੀ ਹੁਣ ਵੱਡੀ ਹੋ ਗਈ ਸੀ। ਉਹਨਾਂ ਦੀਆਂ ਕਬਰਾਂ ਯੂਕਰੇਨ, ਬੇਲੋਰੂਸ,
ਮਾਸਕੋ ਦੇ ਨੇੜੇ ਹੰਗਰੀ, ਪੋਲੈਂਡ, ਚੈਕੋਸਲੋਵਾਕੀਆ, ਕਾਰਪੇਥੀਆ ਤੇ ਬਲਕਾਨ ਤੇ ਬਰਲਿਨ ਦੇ ਨਜ਼ਦੀਕ ਤੱਕ ਖਿੰਡੀਆਂ ਪਈਆਂ ਹਨ। ਇੱਕ ਪਿੰਡ ਦੇ ਲੋਕ ਪਹਿਲਾਂ ਕਿਸ ਚੀਜ਼ ਲਈ ਲੜਦੇ ਭਿੜਦੇ ਸਨ? ਦੋ ਪਹਾੜੀ ਲੋਕਾਂ ਦੇ ਖੇਤਾਂ ਦੇ ਵਿਚਕਾਰਲੀ ਗਿੱਠਕ ਜ਼ਮੀਨ, ਛੋਟੀ ਜਿਹੀ ਢਲਾਣ ਤੇ ਪੱਥਰ ਲਈ। ਤੇ ਦੋ ਗੁਆਂਢੀ ਪਿੰਡਾਂ ਦੇ ਲੋਕ ਪਹਿਲਾਂ ਕਾਹਦੇ ਲਈ ਲੜਦੇ ਭਿੜਦੇ ਸਨ? ਪਿੰਡਾਂ ਦੇ ਖੇਤਾਂ ਦੇ ਵਿਚਕਾਰ ਗਿੱਠਕ ਜ਼ਮੀਨ ਲਈ। ਦਾਗਿਸਤਾਨ ਕਾਹਦੇ ਵਾਸਤੇ ਦੂਜੇ ਰਾਜਾਂ ਨਾਲ ਲੜਦਾ ਜੂਝਦਾ ਸੀ? ਦਾਗਿਸਤਾਨ ਦੀਆਂ ਹੱਦਾਂ ਉੱਤੇ ਗਿੱਠਕ ਜ਼ਮੀਨ ਲਈ। ਬਾਅਦ 'ਚ ਦਾਗਿਸਤਾਨ ਕਿਸ ਚੀਜ਼ ਲਈ ਲੜਦਾ ਭਿੜਦਾ ਰਿਹਾ? ਮਹਾਨ ਸੋਵੀਅਤ ਯੂਨੀਅਨ ਦੇਸ਼ ਦੀਆਂ ਹੱਦਾਂ ਉੱਤੇ ਗਿੱਠਕ ਜ਼ਮੀਨ ਲਈ। ਦਾਗਿਸਤਾਨ ਹੁਣ ਕਾਹਦੇ ਵਾਸਤੇ ਜੂਝ ਰਿਹਾ? ਸਾਰੀ ਦੁਨੀਆ 'ਚ ਸ਼ਾਂਤੀ ਲਈ। ਸ਼ਾਮੀਲ ਦੇ ਨਾਲ ਉਹਦੇ ਦੋ ਪੁੱਤਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੀ ਕਿਸਮਤ ਵੱਖੋ ਵੱਖ ਰਹੀ। ਛੋਟਾ ਪੁੱਤਰ ਮੁਹੰਮਦ ਸ਼ਫੀ ਜ਼ਾਰ ਦਾ ਜਨਰਲ ਬਣ ਗਿਆ, ਜਦਕਿ ਵੱਡਾ ਪੁੱਤਰ ਗਾਜ਼ੀ ਮੁਹੰਮਦ ਤੁਰਕੀ ਚਲਾ ਗਿਆ। ਇੱਕ ਵਾਰ ਤੁਰਕੀ ਪਹਿਰਾਵੇ ਵਾਲੀ ਇੱਕ ਬਜ਼ੁਰਗ ਔਰਤ ਮੇਰੇ ਕੋਲ ਆਈ। ਜਾਰਜੀਆਈ ਜਾਤੀ ਦੀ ਇਸ ਔਰਤ ਨੇ ਜਵਾਨੀ ਦੇ ਦਿਨਾਂ 'ਚ ਇੱਕ ਤੁਰਕ ਨਾਲ ਵਿਆਹ ਕਰਵਾ ਲਿਆ ਸੀ। 40 ਸਾਲ ਤੱਕ ਇਸਤੰਬੂਲ ਵਿੱਚ ਰਹਿ ਚੁੱਕੀ ਸੀ। ਬਾਅਦ 'ਚ ਪਤੀ ਦੀ ਮੌਤ ਹੋਣ ਤੇ ਇਕੱਲੀ ਰਹਿ ਜਾਣ ਤੇ ਜਾਰਜੀਆ ਮੁੜ ਆਈ ਸੀ ਤੇ ਉਹ ਮੇਰੇ ਕੋਲ ਆਈ। ਉਹਦੇ ਆਉਣ ਦਾ ਕਾਰਨ ਇਹ ਸੀ, ਇਸਤੰਬੂਲ 'ਚ ਰਹਿੰਦਿਆਂ ਹੋਇਆਂ ਸ਼ਾਮੀਲ ਦੇ ਸਭ ਤੋਂ ਛੋਟੇ ਪੁੱਤਰ ਦੀ ਪਿੱਛੇ ਰਹੀ ਕੁੱਲ ਨਾਲ ਉਹਦੀ ਦੋਸਤੀ ਸੀ। ਕਿਵੇਂ ਹਾਲ ਚਾਲ ਏ ਉਹਨਾਂ ਦਾ? ਮੈਂ ਪੁੱਛਿਆ। ਬੁਰਾ ਹਾਲ ਏ। ਕਿਹੜੀ ਗੱਲੋਂ? ਇਸ ਗੱਲੋਂ ਵੀ ਉਹਨਾਂ ਦਾ ਦਾਗਿਸਤਾਨ ਨਹੀਂ। ਕਾਸ਼ ਤੁਹਾਨੂੰ ਇਹ ਪਤਾ ਹੁੰਦਾ ਵੀ ਕਿਵੇਂ ਉਹ ਉੱਥੇ ਉਦਾਸ ਮਹਿਸੂਸ ਕਰਦੇ ਨੇ। ਕਦੇ ਕਦੇ ਸਰਕਾਰੀ ਕਰਮਚਾਰੀ ਇਹ ਧਮਕੀ ਦਿੰਦਿਆਂ ਹੋਇਆਂ ਵੀ ਉਹਨਾਂ ਕੋਲ ਜਿਹੜੀ ਜ਼ਮੀਨ ਹੈ ਉਹਨੂੰ ਖੋਹ ਲੈਣਗੇ, ਉਹਨਾਂ ਦੀ ਬੇਇੱਜ਼ਤੀ ਕਰਦੇ ਨੇ। ਖੋਹ ਲਓ, ਇਮਾਮ ਦੀ ਕੁੱਲ ਦੇ ਜੀ ਜਵਾਬ ਦਿੰਦੇ ਨੇ। ਦਾਗਿਸਤਾਨ ਤਾਂ ਸਾਡੇ ਕੋਲ ਹੈ ਨਹੀਂ, ਦੂਜੀ ਕੋਈ ਜ਼ਮੀਨ ਸਾਨੂੰ ਪਿਆਰੀ ਨਹੀਂ। ਇਹ ਪਤਾ ਲੱਗਣ ਤੇ ਵੀ ਮੈਂ ਮਾਤ ਭੂਮੀ ਨੂੰ ਵਾਪਸ ਜਾ ਰਹੀ ਹਾਂ, ਜਾਰਜੀਆਈ ਬੀਬੀ ਕਹਿੰਦੀ ਗਈ। ਉਹਨਾਂ ਨੇ ਮੈਨੂੰ ਗੁਜ਼ਾਰਿਸ਼ ਕੀਤੀ ਵੀ ਮੈਂ ਦਾਗਿਸਤਾਨ ਜਾਵਾਂ, ਸ਼ਾਮੀਲ ਦੇ ਪੈਦਾਇਸ਼ ਵਾਲੇ ਪਿੰਡ ਵੀ ਜਾਵਾਂ ਜਿੱਥੇ ਉਹ ਲੜਦਾ ਰਿਹਾ ਤੇ ਤੁਹਾਨੂੰ ਵੀ ਮਿਲਾਂ। ਉਹਨਾਂ ਨੇ ਮੈਨੂੰ ਇਹ ਰੁਮਾਲ ਦਿੱਤਾ ਤਾਂ ਜੋ ਤੁਸੀਂ ਇਹਦੇ ਵਿੱਚ ਦਾਗਿਸਤਾਨ ਦੀ ਥੋੜ੍ਹੀ ਜਿਹੀ ਮਿੱਟੀ ਬੰਨ੍ਹ ਕੇ ਭੇਜ ਦਿਓ। ਮੈਂ ਰੁਮਾਲ ਖੋਲ੍ਹਿਆ। ਉਹਦੇ ਤੇ ਅਰਬੀ ਭਾਸ਼ਾ 'ਚ ਸ਼ਾਮੀਲ ਕੱਢਿਆ ਹੋਇਆ ਸੀ। ਜਾਰਜੀਆਈ ਬੀਬੀ ਨੇ ਜੋ ਕੁਝ ਦੱਸਿਆ ਉਹਨੇ ਮੇਰੇ ਦਿਲ ਨੂੰ ਮੋਹ ਲਿਆ। ਮੈਂ ਮਿੱਟੀ ਭੇਜਣ ਦਾ ਵਚਨ ਦਿੱਤਾ। ਇਸ ਸੰਬੰਧ 'ਚ ਮੈਂ ਕਈ ਬਜ਼ੁਰਗਾਂ ਨਾਲ ਸਲਾਹ ਮਸ਼ਵਰਾ ਕੀਤਾ। ਵਿਦੇਸ਼ 'ਚ ਰਹਿਣ ਵਾਲਿਆਂ ਨੂੰ ਸਾਡੀ ਮਿੱਟੀ ਭੇਜਣ 'ਚ ਕੋਈ ਤੁਕ ਹੈਗੀ ਹੈ? ਦੂਸਰਿਆਂ ਨੂੰ ਭੇਜਣ ਦੀ ਤਾਂ ਲੋੜ ਹੀ ਨਹੀਂ, ਪਰ ਸ਼ਾਮੀਲ ਦੀ ਕੁੱਲ ਦੇ ਜੀਆਂ ਨੂੰ ਭੇਜ ਦਿਓ, ਬਜ਼ੁਰਗਾਂ ਨੇ ਜਵਾਬ ਦਿੱਤਾ। ਇਸ ਬਜ਼ੁਰਗ ਨੇ ਸ਼ਾਮੀਲ ਦੇ ਪਿੰਡੋਂ ਮੁੱਠੀ ਕੁ ਮਿੱਟ ਮੈਨੂੰ ਲਿਆਤੀ। ਅਸੀਂ ਉਸ ਰੁਮਾਲ 'ਚ ਜਿਸ ਤੇ ਸ਼ਾਮੀਲ ਕੱਢਿਆ ਸੀ ਵਲੇਟ ਦਿੱਤੀ। ਬਜ਼ੁਰਗ ਨੇ ਕਿਹਾ, ਉਹਨਾਂ ਨੂੰ ਸਾਡੀ ਮਿੱਟੀ ਭੇਜ ਦਿਓ, ਪਰ ਇਹ ਵੀ ਦੱਸ ਦਿਓ ਜੇ ਵੀ ਉਹਦਾ ਹੁਣ ਜ਼ਰਾ ਬੜਾ ਕੀਮਤੀ ਏ। ਉਹਨਾਂ ਨੂੰ ਇਹ ਵੀ ਲਿਖ ਦਿਓ ਕਿ ਸਾਡੀ ਇਸ ਧਰਤੀ ਉੱਤੇ ਜ਼ਿੰਦਗੀ ਹੁਣ ਬਦਲ ਗਈ ਏ। ਇੱਥੇ ਹੁਣ ਨਵਾਂ ਵਕਤ ਆ ਗਿਆ। ਸਭ ਕੁਝ ਦੇ ਬਾਰੇ ਲਿਖ ਦੇਈਂ ਤਾਂ ਜੋ ਉਹਨਾਂ ਨੂੰ ਪਤਾ ਲੱਗ ਜਾਏ। ਪਰ ਮੈਨੂੰ ਲਿਖਣਾ ਨਹੀਂ ਪਿਆ। ਛੇਤੀ ਮੈਂ ਖੁਦ ਤੁਰਕੀ ਗਿਆ। ਕੀਮਤੀ ਤੋਹਫਾ ਵੀ ਮੈਂ ਆਪਣੇ ਨਾਲ ਲੈ ਗਿਆ। ਮੈਂ ਸ਼ਾਮੀਲ ਦੀ ਕੁੱਲ ਦੇ ਜੀਆਂ ਨੂੰ ਲੱਭਿਆ, ਪਰ ਉਹਨਾਂ ਨਾਲ ਮੇਰੀ ਮੁਲਾਕਾਤ ਨਾ ਹੋਈ। ਮੈਨੂੰ ਦੱਸਿਆ ਗਿਆ ਕਿ ਇਮਾਮ ਸ਼ਾਮੀਲ ਦਾ ਪੜਪੋਤਰਾ ਸ਼ਾਇਦ ਮੱਕੇ ਚਲਾ ਗਿਆ। ਪੜਪੋਤਰੀਆਂ ਨਜ਼ਾਵਤ ਤੇ ਨਾਜ਼ਿਆਤ ਵੀ ਮੈਨੂੰ ਮਿਲਣ ਨਹੀਂ ਆਈਆਂ। ਮੈਨੂੰ ਦੱਸਿਆ ਗਿਆ ਕਿ ਇੱਕ ਦੇ ਸਿਰ 'ਚ ਦਰਦ ਹੈ, ਦੂਜੀ ਨੂੰ ਦਿਲ ਦਾ ਦੌਰਾ ਪੈ ਗਿਆ। ਕਿਹਨੂੰ ਮੈਂ ਆਪਣੇ ਵਤਨ ਦੀ ਮਿੱਟੀ ਦਿਆਂ? ਉੱਥੇ ਆਵਾਰ ਜਾਤੀ ਦੇ ਹੋਰ ਲੋਕ ਵੀ ਸਨ, ਪਰ ਉਹ ਆਪਣੀ ਇੱਛਾ ਨਾਲ ਦਾਗਿਸਤਾਨ ਛੱਡ ਕੇ ਗਏ ਸਨ। ਫਿਰ ਮੈਂ ਸਮਝ ਗਿਆ ਕਿ ਉਹਨਾਂ ਦਾ ਸ਼ਾਮੀਲ ਤੇ ਮੇਰਾ ਸ਼ਾਮੀਲ ਵੱਖੋ ਵੱਖਰੇ ਸ਼ਾਮੀਲ ਹਨ। ਦੂਰ ਦੁਰਾਡੇ ਤੁਰਕੀ 'ਚ ਮੈਂ ਆਪਣੇ ਪਿਆਰੇ ਦਾਗਿਸਤਾਨ ਦੀ ਮੁੱਠੀ ਕੁ ਮਿੱਟੀ ਹੱਥ 'ਚ ਲਈ ਬੈਠਾ ਸੀ। ਜਿਸ ਥੋੜ੍ਹੀ ਜਿਹੀ ਮਿੱਟੀ 'ਚ ਮੈਂ ਆਪਣੇ ਪਿੰਡਾਂ ਗਨੀਬ, ਚਿਰਕਈ, ਆਖਤਾ, ਕੁਮੁਕ, ਕੁੰਜੂ, ਤਸਾਦਾ, ਤਨਸੂਤਾ ਤੇ ਚਾਰੋਦਾ ਦੀ ਝਲਕ ਵੇਖਦਾ। ਇਹ ਸਭ ਮੇਰੀ ਧਰਤੀ ਹੈ। ਮੈਂ ਇਹਦੇ ਬਾਰੇ ਬਹੁਤ ਕੁਝ ਲਿਖਿਆ ਤੇ ਲਿਖਾਂਗਾ। ਇਹਨੂੰ ਹੁਣ ਲਬਾਦੇ ਨਾਲ ਨਹੀਂ ਢਕਿਆ ਜਾ ਸਕਦਾ, ਜਿਵੇਂ ਕਿ ਉਸ ਬਦਕਿਸਮਤ ਪਹਾੜੀ ਆਦਮੀ ਨਾਲ ਹੋਇਆ ਸੀ ਜਿਹਦੇ ਬਾਰੇ ਮਜ਼ਾਕੀਆ ਕਿੱਸਾ ਸੁਣਾਇਆ ਜਾਂਦਾ ਹੈ। ਦਾਗਿਸਤਾਨ ਦਾ ਦੂਜਾ ਖਜ਼ਾਨਾ ਹੈ ਸਾਗਰ। ਮਾਸਕੋ ਤੇ ਗੁਨੀਬ ਪਿੰਡ ਦੇ ਵਿਚਕਾਰ ਟੈਲੀਫੋਨ ਉੱਤੇ ਗੱਲਬਾਤ ਹੁੰਦੀ ਹੈ। ਹੈਲੋ ਗੁਨੀਬ, ਉਮਾਰ ਤੂੰ ਬੋਲਣਾ ਪਿਆ? ਤੂੰ ਮੇਰੀ ਆਵਾਜ਼ ਸੁਣਨਾ ਪਿਆ? ਦਿਨ ਕਿਹੋ ਜਿਹਾ ਹੈ? ਮੂਡ ਕਿਹੋ ਜਿਹਾ ਹੈ? ਸੁਣਨਾ ਪਿਆ? ਸਾਡੇ ਇੱਥੇ ਸਭ ਕੁਝ ਠੀਕ ਠਾਕ ਹੈ। ਅੱਜ ਸਵੇਰੇ ਹੀ ਸਾਗਰ ਦਿਸਦਾ ਪਿਆ। ਜਾਂ ਹੈਲੋ ਗੁਨੀਬ, ਇਹ ਤੂੰ ਬੋਲਦੀ ਪਈ ਹੈ? ਫਾਤਮਾ, ਕੀ ਹਾਲ ਚਾਲ ਹੈ? ਮੂਡ ਕਿਹੋ ਜਿਹਾ? ਮੂਡ ਤਾਂ ਇਹੋ ਜਿਹਾ ਹੈ, ਧੁੰਦ ਪਈ ਹੈ, ਸਾਗਰ ਦਿਸਦਾ ਨਹੀਂ ਪਿਆ। ਅੱਬਾ ਜਾਨ, ਸਮੁੰਦਰ ਨਹੀਂ ਦਿਸਦਾ ਪਿਆ, ਸ਼ਾਮੀਲ ਦੇ ਪੁੱਤਰ ਜਮਾਲੂਦੀਨ ਨੇ ਕਿਹਾ। ਉਹ ਜ਼ਾਰ ਦਾ ਕੈਦੀ ਸੀ। ਜ਼ਾਰ ਦੇ ਫੌਜੀ ਕਾਲਜ ਵਿੱਚ ਅਫਸਰ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਸੀ ਤੇ ਮਾਤ ਭੂਮੀ ਵਾਪਸ ਜਾ ਕੇ ਗੋਰੇ ਜ਼ਾਰ ਦੇ ਵਿਰੁੱਧ ਪਿਤਾ ਤੇ ਪਹਾੜੀ ਲੋਕਾਂ ਦੇ ਸੰਘਰਸ਼ ਨੂੰ ਫਜ਼ੂਲ ਸਮਝਦਾ ਸੀ। ਤੂੰ ਸਮੁੰਦਰ ਨੂੰ ਵੇਖ ਲਏਂਗਾ ਮੇਰੇ ਬੇਟੇ, ਸ਼ਾਮੀਲ ਨੇ ਜਵਾਬ ਦਿੱਤਾ, ਪਰ ਉਹਨੂੰ ਮੇਰੀਆਂ ਅੱਖਾਂ ਨਾਲ ਵੇਖ। ਗੁਨੀਬ ਪਰਬਤ ਤੋਂ ਸਾਗਰ 150 ਕਿਲੋਮੀਟਰ ਦੂਰ ਹੈ
ਦਿਨ ਕਿੰਨਾ ਸਾਫ਼, ਸਾਗਰ ਕਿੰਨਾ ਨੀਲਾ ਤੇ ਚਮਕਦਾ ਹੋਇਆ ਤੇ ਨਜ਼ਰਾਂ ਕਿੰਨੀਆਂ ਤੇਜ਼ ਹੋਣੀਆਂ ਚਾਹੀਦੀਆਂ। ਪਰਬਤ ਕਿੰਨਾ ਉੱਚਾ ਹੋਣਾ ਚਾਹੀਦਾ ਤਾਂ ਕਿ ਸਹਿਜ ਭਾ ਕਿਹਾ ਜਾ ਸਕੇ ਸਾਗਰ ਦਿਸਦਾ ਪਿਆ। ਇੱਥੋਂ ਤੱਕ ਕਿ ਉਹਨਾਂ ਪਿੰਡਾਂ 'ਚ ਜਿੱਥੇ ਸਾਗਰ ਵੇਖਣਾ ਸੰਭਵ ਨਹੀਂ, ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਮੂਡ ਕਿਹੋ ਜਿਹਾ, ਤਾਂ ਕਦੇ ਕਦੇ ਇਹ ਜਵਾਬ ਮਿਲਦਾ ਹੈ, ਬਹੁਤ ਵਧੀਆ ਮੂਡ ਹੈ, ਜਿਵੇਂ ਸਾਗਰ ਅੱਖਾਂ ਦੇ ਸਾਹਮਣੇ ਹੋਵੇ। ਕੌਣ ਕਿਹਦੀ ਸ਼ਾਨ ਵਧਾਉਂਦਾ ਹੈ, ਕਾਸਪੀ ਸਾਗਰ ਦਾਗਿਸਤਾਨ ਦੀ ਜਾਂ ਦਾਗਿਸਤਾਨ ਕਾਸਪੀ ਸਾਗਰ ਦੀ? ਕੌਣ ਇਹਦੇ ਉੱਤੇ ਮਾਣ ਕਰਦਾ ਹੈ, ਪਹਾੜੀ ਲੋਕ ਸਾਗਰ ਉੱਤੇ ਜਾਂ ਸਾਗਰ ਪਹਾੜੀ ਲੋਕਾਂ ਉੱਤੇ? ਜਦੋਂ ਮੈਂ ਸਾਗਰ ਨੂੰ ਵੇਖਦਾ ਤਾਂ ਸਾਰੇ ਸੰਸਾਰ ਨੂੰ ਵੇਖਦਾ। ਜਦੋਂ ਸਾਗਰ 'ਚ ਉਥਲ ਪੁਥਲ ਹੁੰਦੀ ਹੈ ਤਾਂ ਲੱਗਦਾ ਹੈ ਸਾਰੀ ਦੁਨੀਆ 'ਚ ਬੇਚੈਨੀ ਹੈ, ਤੂਫਾਨੀ ਮੌਸਮ ਹੈ। ਜਦੋਂ ਸ਼ਾਂਤ ਹੁੰਦਾ ਤਾਂ ਲੱਗਦਾ ਹੈ ਕਿ ਸਭ ਥਾਈਂ ਸ਼ਾਂਤੀ ਛਾਈ ਹੋਈ ਹੈ। ਮੈਂ ਅਜੇ ਮੁੰਡਾ ਹੀ ਸੀ ਜਦੋਂ ਸਾਗਰ ਨਾਲ ਮੇਰਾ ਸੰਬੰਧ ਜੁੜ ਗਿਆ ਸੀ। ਮੈਂ ਖੜੀਆਂ ਤੇ ਟੇਢੀਆਂ ਮੇਢੀਆਂ ਪਹਾੜੀ ਡੰਡੀਆਂ ਤੋਂ ਹੇਠਾਂ ਲੈ ਕੇ ਸਾਗਰ ਦੇ ਕੋਲ ਪਹੁੰਚਿਆ ਸੀ। ਉਸ ਸਮੇਂ ਤੋਂ ਹੀ ਮੇਰੇ ਘਰ ਦੀਆਂ ਖਿੜਕੀਆਂ ਸਾਗਰ ਵਾਲੇ ਪਾਸੇ ਖੁੱਲ੍ਹਦੀਆਂ ਹਨ। ਖੁਦ ਦਾਗਿਸਤਾਨ ਦੀਆਂ ਖਿੜਕੀਆਂ ਵੀ ਉੱਧਰ ਹੀ ਖੁੱਲ੍ਹਦੀਆਂ ਹਨ। ਮੈਂ ਜਦੋਂ ਸਮੁੰਦਰ ਦੀ ਗਰਜ ਨਹੀਂ ਸੁਣਦਾ ਤਾਂ ਮੈਨੂੰ ਔਖਿਆਂ ਹੀ ਨੀਂਦ ਆਉਂਦੀ ਹੈ। ਪਰ ਤੂੰ ਕਿਉਂ ਨਹੀਂ ਸੌਂਦਾ ਦਾਗਿਸਤਾਨ? ਸਾਗਰ ਸ਼ੋਰ ਨਹੀਂ ਮਚਾ ਰਿਹਾ, ਨੀਂਦ ਨਹੀਂ ਆਉਂਦੀ। ਬੜੇ ਭੜਕੀਲੇ ਰੰਗ ਬਾਰੇ ਅਸੀਂ ਕਹਿੰਦੇ ਹਾਂ ਸਾਗਰ ਜਿਹਾ, ਬੜੇ ਤੇਜ਼ ਸ਼ੋਰ ਬਾਰੇ ਅਸੀਂ ਕਹਿੰਦੇ ਹਾਂ ਸਾਗਰ ਵਾਂਗ, ਕੁੱਟੂ ਦੇ ਉੱਚੇ ਉੱਚੇ ਖੇਤਾਂ ਬਾਰੇ ਅਸੀਂ ਕਹਿੰਦੇ ਹਾਂ ਸਾਗਰ ਵਾਂਗ, ਅਕਲ ਤੇ ਆਤਮਾ ਦੀ ਗਹਿਰਾਈ ਬਾਰੇ ਕਹਿੰਦੇ ਹਨ ਸਾਗਰ ਵਾਂਗ, ਨਿਰਮਲ ਆਕਾਸ਼ ਤੱਕ ਦੇ ਬਾਰੇ ਅਸੀਂ ਕਹਿੰਦੇ ਹਾਂ ਸਾਗਰ ਵਾਂਗ। ਜਦੋਂ ਸਾਡੀ ਗਾਂ ਬਹੁਤ ਦਿੰਦੀ ਹੈ ਤਾਂ ਮਾਤਾ ਜੀ ਉਹਨੂੰ ਕਹਿੰਦੇ ਆ ਮੇਰਾ ਸਾਗਰ। ਮੈਨੂੰ ਖੱਟੀ ਕਰੀਮ ਦਾ ਮਟਕਾ ਹੱਥਾਂ 'ਚ ਫੜੀ ਛੱਜੇ 'ਚ ਖਲੋਤੇ ਆਪਣੇ ਮਾਤਾ ਜੀ ਯਾਦ ਆਉਂਦੇ ਹੈ। ਉਹ ਆਪਣੇ ਆਲੇ ਦੁਆਲੇ ਖੇਡਦੇ, ਸਾਨੂੰ ਬੱਚਿਆਂ ਨੂੰ ਖੁਆਉਣ ਲਈ ਉਸ 'ਚੋਂ ਮੱਖਣ ਕੱਢਦੇ ਹੁੰਦੇ ਸੀ। ਉਸ ਮਟਕੇ ਦੀ ਗਰਦਨ ਸਾਗਰ ਦੀਆਂ ਸਿੱਪੀਆਂ ਦੀ ਮਾਲਾ ਨਾਲ ਸਜੀ ਹੋਈ ਸੀ ਤਾਂ ਜੋ ਜ਼ਿਆਦਾ ਮੱਖਣ ਨਿਕਲੇ। ਮਾਤਾ ਜੀ ਸਾਨੂੰ ਮਾਲਾ ਦਾ ਮਹੱਤਵ ਸਮਝਾਉਂਦੇ ਸੀ। ਇਸ ਤੋਂ ਇਲਾਵਾ ਇਹ ਵੀ ਕਹਿੰਦੇ ਹੁੰਦੇ ਸੀ ਕਿ ਸਿੱਪੀਆਂ ਬੁਰੀ ਨਜ਼ਰ ਤੋਂ ਬਚਾਉਂਦੀਆਂ। ਦਾਗਿਸਤਾਨ ਦਾ ਪਥਰੀਲਾ ਲੱਕ ਵੀ ਸਿੱਪੀਆਂ ਦੀ ਮਾਲਾ, ਤੱਟਵਰਤੀ ਪੱਥਰਾਂ ਦੀ ਮਾਲਾ, ਸਾਗਰ ਤਰੰਗਾਂ ਦੀ ਮਾਲਾ ਨਾਲ ਸਜਿਆ ਹੋਇਆ ਹੈ। ਦਾਗਿਸਤਾਨ ਕਾਸਪੀ ਸਾਗਰ ਦੀਆਂ ਲਹਿਰਾਂ ਦਾ ਆਦੀ ਹੈ। ਚੁੱਪਚਾਪ ਵਿੱਚ ਇਹਨੂੰ ਚੰਗੀ ਨੀਂਦ ਆਉਂਦੀ ਹੈ ਤੇ ਜੇ ਉਹ ਸਾਗਰ ਤੋਂ ਵਾਂਝਾ ਰਹਿ ਜਾਂਦਾ ਤਾਂ ਉਹਨੂੰ ਬਿਲਕੁਲ ਨੀਂਦ ਨਹੀਂ ਆਉਂਦੀ। ਬਰਫ਼ ਸਫੈਦ ਸਾਗਰ ਦੀ ਉਹ ਲਹਿਰੋ, ਦੱਸੋ ਤਾਂ ਜ਼ਰਾ ਕਿਸ ਬੋਲੀ 'ਚ ਗੱਲ ਕਰਦੀਆਂ, ਮੈਨੂੰ ਦਿਓ ਸਮਝਾ। ਨਾਲ ਚਟਾਨਾਂ ਤੁਸੀਂ ਟਕਰਾ ਕੇ ਸ਼ੋਰ ਮਚਾਓ ਏਦਾਂ, ਪਿੰਡ ਦੀ ਮੰਡੀ ਦੇ ਵਿੱਚ ਰੌਲਾ ਪੈਂਦਾ ਰਹਿੰਦਾ ਹੈ ਜਿੱਦਾਂ। ਉੱਥੇ ਵੀ ਭਾਸ਼ਾਵਾਂ ਦਾ ਰੋਲ ਘਚੋਲਾ ਚੱਲੇ, ਅੱਲਾ ਵੀ ਚਾਹੇ ਤਾਂ ਉਹਦੇ ਪੈਂਦਾ ਨਾ ਕੁਝ ਪੱਲੇ। ਜ਼ਰਾ ਨਾ ਗਰਜਨ ਹੋਵੇ ਐਸਾ, ਕਦੇ ਕਦੇ ਦਿਨ ਆਵੇ, ਲਹਿਰਾਂ ਹੌਲੀ ਵਹਿਣ ਕੇ ਜਾਣੇ, ਘਾਹ ਕਿਤੇ ਲਹਿਰਾਵੇ। ਤੇਰੀ ਗਹਿਰਾਈ ਵਿੱਚ ਸਾਗਰ, ਤੇਰੇ ਰਾਜ਼ ਛੁਪੇ ਨਾ ਹੋਏ, ਸਾਡੇ ਦੋਹਾਂ ਦੇ ਸੁੱਖ ਦੁੱਖ ਦਾ ਇੱਕੋ ਰੂਪ ਨਾ ਹੋਏ। ਪਰ ਵੱਖਰਾ ਇੱਕ ਖਾਸ ਦਰਦ ਜੋ ਮੇਰਾ ਮੈਂ ਸੁਣਾਵਾਂ, ਪੀ ਨਾ ਸਕਾਂ ਸਾਗਰ ਖਾਰਾ ਜੋ ਮੈਂ ਪੀਣਾ ਚਾਹਾਂ। ਮਾਸਕੋ ਤੋਂ ਮਖਾਚਕਲਾ ਜਾਣ ਵਾਲੀ ਗੱਡੀ ਉੱਤੇ ਤੜਕੇ ਪਹੁੰਚਦੀ ਹੈ। ਰਾਹ 'ਚ ਬੀਤਣ ਵਾਲੀ ਇਹ ਰਾਤ ਮੇਰੇ ਵਾਸਤੇ ਸਭ ਤੋਂ ਵੱਧ ਬੇਚੈਨੀ ਦੀ ਰਾਤ ਹੁੰਦੀ ਹੈ। ਮੈਂ ਰਾਤ ਨੂੰ ਉੱਠ ਕੇ ਹਨੇਰੇ 'ਚ ਵਲੇਟੀ ਹੋਈ ਖਿੜਕੀ 'ਚੋਂ ਬਾਹਰ ਝਾਕਦਾ ਹਾਂ। ਖਿੜਕੀ ਦੇ ਬਾਹਰ ਅਜੇ ਸਟੈਪੀ ਮੈਦਾਨ ਹੁੰਦਾ ਹੈ। ਗੱਡੀ ਸ਼ੋਰ ਮਚਾਉਂਦੀ ਹੁੰਦੀ ਹੈ। ਗੱਡੀ ਦੇ ਡੱਬੇ ਤੋਂ ਬਾਹਰ ਬਹੁਤ ਜ਼ੋਰ ਨਾਲ ਹਵਾ ਸਰਸਰਾਉਂਦੀ ਹੁੰਦੀ ਹੈ। ਮੈਂ ਦੂਜੀ ਵਾਰ ਉੱਠ ਕੇ ਖਿੜਕੀ ਤੋਂ ਬਾਹਰ ਵੇਖਦਾ, ਫਿਰ ਉਸ ਸਟੈਪੀ ਮੈਦਾਨ, ਆਖਰ ਤੀਸਰੀ ਵਾਰ ਉੱਠ ਕੇ ਬਾਹਰ ਨਜ਼ਰ ਮਾਰਦਾ, ਸਾਗਰ ਦਿਸਦਾ ਹੈ। ਇਹਦਾ ਮਤਲਬ ਹੈ ਇਹ ਮੇਰਾ ਦਾਗਿਸਤਾਨ ਹੈ। ਸ਼ੁਕਰੀਆ ਤੇਰਾ ਨੀਲੇ ਸਾਗਰ, ਜਲ ਦੇ ਵਿਸ਼ਾਲ ਫੈਲਾ, ਤੂੰ ਹੀ ਸਭ ਤੋਂ ਪਹਿਲਾਂ ਮੈਨੂੰ ਸੂਚਨਾ ਦਿੰਦਾ ਹੈ ਕਿ ਮੈਂ ਆਪਣੇ ਘਰ ਪਹੁੰਚ ਗਿਆ। ਮੇਰੇ ਪਿਤਾ ਜੀ ਨੂੰ ਇਹ ਕਹਿਣਾ ਚੰਗਾ ਲੱਗਦਾ ਸੀ, ਜਿਹਦੇ ਕੋਲ ਸਮੁੰਦਰ ਏ ਉਹਦਾ ਘਰ ਪ੍ਰਾਹੁਣਿਆਂ ਦਾ ਘਰ ਏ। ਜਵਾਬ 'ਚ ਅਬੂ ਤਾਲਿਬ ਕਹਿੰਦਾ ਹੁੰਦਾ ਸੀ, ਜਿਹਦੇ ਕੋਲ ਸਮੁੰਦਰ ਏ ਉਹਦਾ ਜੀਵਨ ਸੁੰਦਰ ਤੇ ਖੁਸ਼ਹਾਲ ਏ। ਪਹਾੜ ਹੀ ਸਮੁੰਦਰ ਤੋਂ ਵੱਧ ਖੂਬਸੂਰਤ ਹੋ ਸਕਦੇ ਨੇ, ਪਰ ਸਾਡੇ ਕੋਲ ਤਾਂ ਉਹ ਵੀ ਨਹੀਂ। ਇਹ ਦੋਵੇਂ ਬਜ਼ੁਰਗ, ਮੇਰੇ ਪਿਤਾ ਜੀ ਤੇ ਅਬੂ ਤਾਲਿਬ, ਪਹਿਲਾਂ ਹੀ ਕੁਝ ਤੈਅ ਕੀਤੇ ਬਿਨਾਂ ਜਦੋਂ ਕਦੇ ਮਿਲਦੇ ਸਨ ਤਾਂ ਅਕਸਰ ਹੀ ਸਾਗਰ ਵੱਲ ਚਲੇ ਜਾਂਦੇ ਸਨ। ਉਸ ਟਿੱਲੇ ਤੇ ਚੜ੍ਹ ਜਾਂਦੇ ਸਨ ਜਿੱਥੋਂ ਬੰਦਰਗਾਹ 'ਚ ਆਉਣ ਵਾਲੇ ਸਾਰੇ ਜਹਾਜ਼ ਨਜ਼ਰ ਆਉਂਦੇ ਸਨ। ਮੱਛੀਆਂ ਤੇ ਲੂਣ ਦੀ ਮਹਿਕ ਇਹਨਾਂ ਦੋਹਾਂ ਬਜ਼ੁਰਗਾਂ ਤੱਕ ਪਹੁੰਚਦੀ ਰਹਿੰਦੀ ਸੀ। ਇਹ ਦੋਵੇਂ ਸਿਰਫ ਸਾਗਰ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦਿਆਂ ਹੋਇਆਂ ਘੰਟਿਆਂ ਬੱਧੀ ਚੁੱਪਚਾਪ ਬੈਠੇ ਰਹਿੰਦੇ ਸਨ। ਸਾਗਰ ਆਪਣੀ ਗੱਲ ਕਹੇ, ਤੁਸੀਂ ਧਾਰੀ ਮੌਨ ਰਹੋ, ਆਪਣੀਆਂ ਖੁਸ਼ੀਆਂ ਤੇ ਨਾ ਆਪਣੇ ਦਿਲ ਦਾ ਦਰਦ ਕਹੋ। ਮੇਰੇ ਪਿਤਾ ਜੀ ਕਹਿੰਦੇ ਸਨ, ਸਾਗਰ ਨੂੰ ਸੁਣਦਿਆਂ ਹੋਇਆਂ ਉਹਦੀ ਗੱਲ ਸਮਝਣਾ ਸਿੱਖੋ। ਸਾਗਰ ਨੇ ਬਹੁਤ ਕੁਝ ਵੇਖਿਆ, ਉਹ ਬਹੁਤ ਕੁਝ ਜਾਣਦਾ ਹੈ। ਸਾਗਰ ਮੈਨੂੰ ਇਹ ਤਾਂ ਦੱਸ ਦੇ ਕਿਉਂ ਤੇਰੇ ਜਲ ਖਾਰੇ, ਸਾਗਰ ਮੈਨੂੰ ਇਹ ਤਾਂ ਦੱਸ ਦੇ ਕਿਉਂ ਤੇਰੇ ਜਲ ਖਾਰੇ, ਕਿਉਂ ਜੋ ਲੋਕਾਂ ਦੇ ਮਿਲੇ ਨੇ ਇਸ ਵਿੱਚ ਹੰਝੂ ਖਾਰੇ।
ਸਾਗਰ ਮੈਨੂੰ ਇਹ ਤਾਂ ਦੱਸ ਦੇ, ਕਿਨ ਰੂਪ ਸਵਾਰਿਆ ਤੇਰਾ, ਮੂੰਗੀਆਂ ਤੇ ਮੋਤੀਆਂ ਨੇ ਹੀ ਰੂਪ ਨਿਖਾਰਿਆ ਮੇਰਾ। ਕੁਝ ਨੇ ਚਾਹਿਆ ਸੁਪਨ ਵੇਖਿਆ, ਮਿੱਠਾ ਕਰ ਦੇਣਾ ਜਲ ਖਾਰਾ, ਬਾਕੀ ਮੂੰਗੇ ਲੱਭਣ ਨਿਕਲੇ ਦਿਲ ਵਿੱਚ ਚਾਹ ਪਿਆਰਾ। ਬੱਗੇ ਵਾਲਾਂ ਵਾਲੇ ਦੋ ਪਹਾੜੀ ਬਜ਼ੁਰਗ, ਦੋ ਕਵੀ, ਦੋ ਬੁੱਢੇ ਉਕਾਬਾਂ ਵਾਂਗ ਟਿੱਲੇ ਤੇ ਬੈਠੇ ਹਨ। ਚੁੱਪਚਾਪ ਤੇ ਅਹਿਲ ਬਹਿ ਕੇ ਸਾਗਰ ਨੂੰ ਸੁਣ ਰਹੇ ਹਨ। ਸਾਗਰ ਸ਼ੋਰ ਮਚਾ ਰਿਹਾ ਜੀਵਨ ਦੇ ਬਾਰੇ, ਜਿਹੜਾ ਉਹਦੇ ਜਿਹਾ ਹੀ ਹੈ, ਸੋਚਣ ਲਈ ਮਜਬੂਰ ਕਰਦਾ ਹੈ ਤੇ ਉਹਦੇ ਖੁੱਲ੍ਹੇ ਤੇ ਭਿਆਨਕ ਵਿਸਤਾਰ ਵਿੱਚ ਭਾਵੇਂ ਕਿਸੇ ਵੀ ਤਰ੍ਹਾਂ ਦੇ ਮੌਸਮ ਦਾ ਸਾਹਮਣਾ ਨਾ ਕਰਨਾ ਪਏ, ਉਹਦੇ ਇੱਕ ਤੱਟ ਤੋਂ ਦੂਜੇ ਤੱਟ ਤੱਕ ਜਾਣਾ ਹੀ ਪਏਗਾ। ਪਰ ਸਾਗਰ ਤੋਂ ਵੱਖਰੀ ਤਰ੍ਹਾਂ ਦੇ ਜੀਵਨ 'ਚ ਸ਼ਾਂਤ ਬੰਦਰਗਾਹ, ਸ਼ਾਂਤ ਘਾਟ ਨਹੀਂ। ਕੋਈ ਚਾਹੇ ਜਾਂ ਨਾ ਚਾਹੇ, ਜੀਵਨ ਸਾਗਰ ਦੇ ਪਾਰ ਤਾਂ ਜਾਣਾ ਹੀ ਪਏਗਾ। ਸਿਰਫ ਇੱਕ ਆਖਰੀ ਬੰਦਰਗਾਹ, ਸਿਰਫ ਇੱਕ ਆਖਰੀ ਘਾਟ ਹੀ ਹੋਏਗਾ। ਕਾਸਪੀ ਸਾਗਰ ਸ਼ੋਰ ਮਚਾਉਂਦਾ ਹੈ। ਖਵਾਲਿੰਸਕੀ ਕਾਸਪੀ ਸਾਗਰ ਦਾ ਦੂਜਾ ਨਾਮ ਹੈ। ਸਾਗਰ ਸ਼ੋਰ ਮਚਾਉਂਦਾ ਰਹਿੰਦਾ ਹੈ, ਉਸ 'ਚ ਨਦੀਆਂ ਆ ਕੇ ਪੈਂਦੀਆਂ, ਇੱਕ ਪਾਸਿਓਂ ਵੋਲਗਾ ਤੇ ਯੂਰਾਲ ਤੇ ਦੂਜੇ ਪਾਸਿਓਂ ਕੂਰਾ, ਤੇਰੇਕ ਤੇ ਸੁਲਾਕ। ਇਹ ਸਭ ਆਪਸ 'ਚ ਘੁਲ ਮਿਲ ਗਈਆਂ ਹਨ। ਇਹਨਾਂ ਨੂੰ ਇੱਕ ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਉਹਨਾਂ ਵਾਸਤੇ ਸਾਗਰ ਵੀ ਇੱਕ ਤਰ੍ਹਾਂ ਨਾਲ ਆਖਰੀ ਘਾਟ ਹੈ। ਹਾਂ, ਇਹ ਸਹੀ ਹੈ ਕਿ ਇਹਨਾਂ ਦਾ ਪਾਣੀ ਲੁਪਤ ਨਹੀਂ ਹੋਏਗਾ, ਗਤੀਹੀਨ ਨਹੀਂ ਹੋਏਗਾ, ਵਹਿੰਦਾ ਰਹੇਗਾ, ਨੀਲੀਆਂ ਨੀਲੀਆਂ ਲਹਿਰਾਂ ਦੀ ਸ਼ਕਲ 'ਚ ਉੱਪਰ ਨੂੰ ਉੱਠਦਾ ਰਹੇਗਾ। ਇਹਨਾਂ ਲਹਿਰਾਂ ਉੱਤੇ ਦੁਨੀਆ ਦੇ ਭਿੰਨ ਭਿੰਨ ਕੋਨਿਆਂ ਤੱਕ ਵੱਡੇ ਵੱਡੇ ਜਹਾਜ਼ ਜਾਂਦੇ ਰਹਿਣਗੇ। ਪਹਾੜੀ ਲੋਕੋ, ਦਾਗਿਸਤਾਨ ਦੇ ਧੀਓ ਪੁੱਤਰੋ, ਤੁਹਾਡੇ ਭਾਗ ਵੀ ਤਾਂ ਇਹਨਾਂ ਨਦੀਆਂ ਜਿਹੇ ਨਹੀਂ। ਤੁਸੀਂ ਵੀ ਤਾਂ ਸਾਡੇ ਮਹਾਨ ਭਾਈਚਾਰੇ ਦੇ ਸਾਂਝੇ ਸਾਗਰ 'ਚ ਸ਼ਾਮਲ ਹੋ ਕੇ ਘੁਲ ਮਿਲ ਗਏ ਹੋ। ਕਾਸਪੀ ਸਾਗਰ ਸ਼ੋਰ ਮਚਾ ਰਿਹਾ ਹੈ। ਪੱਕੇ ਹੋਏ ਵਾਲਾਂ ਵਾਲੇ ਦੋ ਬਜ਼ੁਰਗ ਚੁੱਪਚਾਪ ਖੜੇ ਹਨ। ਉਹਨਾਂ ਦੇ ਨਾਲ ਮੈਂ ਇੱਕ ਗਬਰੇਟ ਵੀ ਖੜਾ। ਬਾਅਦ 'ਚ ਜਦੋਂ ਅਸੀਂ ਘਰ ਵੱਲ ਨੂੰ ਰਵਾਨਾ ਹੋਏ ਤਾਂ ਆਬੂ ਤਾਲਿਬ ਨੇ ਮੇਰੇ ਪਿਤਾ ਨੂੰ ਕਿਹਾ, ਤੇਰਾ ਪੁੱਤਰ ਵੱਡਾ ਹੁੰਦਾ ਜਾਂਦਾ। ਅੱਜ ਉਹਨੂੰ ਉੱਚੀ ਭਾਵਨਾ ਦਾ ਅਹਿਸਾਸ ਹੋਇਆ। ਜਿੱਥੇ ਆਪਾਂ ਖਲੋਤੇ ਸਾਂ ਉੱਥੇ ਕਿਸੇ ਨੂੰ ਵੀ ਛੋਟਾ ਨਹੀਂ ਹੋਣਾ ਚਾਹੀਦਾ, ਮੇਰੇ ਪਿਤਾ ਜੀ ਨੇ ਆਬੂ ਤਾਲਿਬ ਨੂੰ ਜਵਾਬ ਦਿੱਤਾ। ਹੁਣ ਜਦੋਂ ਕਦੇ ਵੀ ਮੈਂ ਸਾਗਰ ਤੱਟ ਉੱਤੇ ਜਾਂਦਾ ਤਾਂ ਮੈਨੂੰ ਲੱਗਦਾ ਕਿ ਮੈਂ ਪਿਤਾ ਜੀ ਦੇ ਨਾਲ ਖਲੋਤਾ। ਕਹਿੰਦੇ ਨੇ ਕਾਸਪੀ ਦੀ ਸਾਲ ਦਰ ਸਾਲ ਗਹਿਰਾਈ ਘਟਦੀ ਜਾ ਰਹੀ ਹੈ। ਜਿੱਥੇ ਕਿਤੇ ਪਾਣੀ ਛਲ ਕਰਦਾ ਹੁੰਦਾ ਸੀ, ਹੁਣ ਉੱਥੇ ਸ਼ਹਿਰੀ ਮਕਾਨ ਖਲੋਤੇ ਹਨ। ਸ਼ਾਇਦ ਇਹ ਠੀਕ ਹੈ ਕਿ ਸਾਗਰ ਘੱਟ ਡੂੰਘਾ ਹੁੰਦਾ ਜਾ ਰਿਹਾ, ਪਰ ਮੈਂ ਇਹ ਵਿਸ਼ਵਾਸ ਨਹੀਂ ਕਰਦਾ ਕਿ ਸਾਗਰ ਸਾਗਰ ਨਹੀਂ ਰਹੇਗਾ। ਸੰਭਵ ਹੈ ਕਿ ਘੱਟ ਡੂੰਘਾ ਹੁੰਦਾ ਜਾ ਰਿਹਾ ਹੋਵੇ, ਫਿਰ ਵੀ ਇਸ 'ਚ ਤੁੱਛਤਾ ਨਹੀਂ ਆ ਰਹੀ। ਮੈਂ ਤਾਂ ਆਪਣੇ ਲੋਕਾਂ ਨੂੰ ਵੀ ਸਦਾ ਇਹੀ ਕਹਿੰਦਾ ਕਿ ਘੱਟ ਗਿਣਤੀ ਹੋਣ 'ਤੇ ਵੀ ਤੁਹਾਡੇ 'ਚ ਤੁੱਛਤਾ ਨਹੀਂ ਹੋਣੀ ਚਾਹੀਦੀ। ਸਿਰ ਵਿਦਵਾਨ ਪਤੀ ਹਿਲਾਵੇ ਦੁੱਖ ਵਿੱਚ ਵਿਆਕਲ ਹੋ ਕੇ, ਕਵੀ ਲੇਖਕ ਸੰਤਾਪ ਭੋਗਦੇ ਦਿਲ 'ਚ ਦਰਦ ਸੰਜੋ ਕੇ। ਤੁੱਛ ਹੋ ਰਹੇ ਕੁਝ ਲੋਕਾਂ ਦੇ ਦਿਲ ਇਹੋ ਹੀ ਡਰ ਮੈਨੂੰ ਬਾਕੀ ਸਭ ਚੀਜ਼ਾਂ ਤੋਂ ਜ਼ਿਆਦਾ ਚਿੰਤਤ ਵਿਆਕੁਲ ਕਰਦਾ। ਮਖਾਚ ਨੇ ਵੀ ਸਾਗਰ ਦੀ ਚਰਚਾ ਕੀਤੀ ਹੈ। ਉਹ ਦਾਗਿਸਤਾਨ ਦੀ ਕ੍ਰਾਂਤੀਕਾਰੀ ਕਮੇਟੀ ਦਾ ਪਹਿਲਾ ਕਮੀਸਾਰ ਸੀ ਤੇ ਸਾਡੀ ਰਾਜਧਾਨੀ ਉਸੇ ਦੇ ਨਾਂ ਤੇ ਮਖਾਚ ਕਲਾ ਕਹਾਉਂਦੀ ਹੈ। ਇਹ ਤੋਂ ਪਹਿਲਾਂ ਇਹਨੂੰ ਪੋਰਟ ਪੈਤਰੋਵਸਕ ਵੀ ਕਿਹਾ ਜਾਂਦਾ ਸੀ। ਘਰੇਲੂ ਯੁੱਧ ਦੇ ਸਮੇਂ ਮਖਾਚ ਨੇ ਇਹਨੂੰ ਕਦੇ ਨਾ ਟੁੱਟਣ ਵਾਲਾ ਕਿਲਾ ਬਣਾ ਦਿੱਤਾ ਸੀ। ਤੇ ਸਾਗਰ ਦੇ ਬਾਰੇ ਮਖਾਚ ਨੇ ਆਖਿਆ ਸੀ, ਦੁਸ਼ਮਣ ਭਾਵੇਂ ਕਿੰਨੇ ਵੀ ਕਿਉਂ ਨਾ ਹੋਣ, ਅਸੀਂ ਉਹਨਾਂ ਸਾਰਿਆਂ ਨੂੰ ਸਾਗਰ 'ਚ ਸੁੱਟ ਦਿਆਂਗੇ। ਸਾਗਰ ਡੂੰਘਾ ਹੈ, ਉਹਦੇ ਤਲ 'ਚ ਉਹਨਾਂ ਸਾਰਿਆਂ ਜੋਗੀ ਥਾਂ ਹੋਏਗੀ। ਪਹਾੜੀ ਲੋਕ ਜਦੋਂ ਜ਼ਿੰਦਗੀ ਦੇ ਮਸਲਿਆਂ ਉੱਤੇ ਸੋਚ ਵਿਚਾਰ ਕਰਨ ਲਈ ਮਸਜਿਦ ਦੇ ਕੋਲ ਜਾਂ ਕਿਸੇ ਰੁੱਖ ਹੇਠ ਜਮ੍ਹਾਂ ਹੁੰਦੇ ਹਨ ਤਾਂ ਇਹੋ ਜਿਹੀ ਮਜਲਿਸ ਨੂੰ ਸਾਡੇ ਪਾਸੇ ਗੋਦੇ ਕਾਨ ਦਾ ਨਾਂ ਦਿੱਤਾ ਜਾਂਦਾ ਹੈ। ਇਹੋ ਜਿਹੀ ਇੱਕ ਮਜਲਿਸ ਵਿੱਚ ਪਹਾੜੀ ਲੋਕਾਂ ਕੋਲੋਂ ਇੱਕ ਵਾਰ ਪੁੱਛਿਆ ਗਿਆ, ਕਿਹੜੀ ਆਵਾਜ਼ ਰੂਹ ਨੂੰ ਸਭ ਤੋਂ ਵੱਧ ਭਾਉਂਦੀ ਹੈ? ਪਹਾੜੀ ਲੋਕਾਂ ਨੇ ਸੋਚ ਵਿਚਾਰ ਕੇ ਜਵਾਬ ਦੇਣਾ ਸ਼ੁਰੂ ਕੀਤਾ, ਚਾਂਦੀ ਦੀ ਖਣਕ, ਘੋੜੇ ਦੀ ਹਿਣਕ, ਮਹਿਬੂਬਾ ਦੀ ਆਵਾਜ਼, ਪਹਾੜੀ ਦਰੇ 'ਚ ਘੋੜੇ ਦੀਆਂ ਨਾਲਾਂ ਦੀ ਗੂੰਜ, ਬੱਚੇ ਦਾ ਹਾਸਾ, ਮਾਂ ਦੀ ਲੋਰੀ, ਪਾਣੀ ਦੀ ਛਲ। ਪਰ ਇੱਕ ਪਹਾੜੀ ਆਦਮੀ ਨੇ ਜਵਾਬ ਦਿੱਤਾ, ਸਾਗਰ ਦੀ ਆਵਾਜ਼। ਵਜ੍ਹਾ ਇਹ ਕਿ ਸਾਗਰ 'ਚ ਉਹ ਸਾਰੀਆਂ ਆਵਾਜ਼ਾਂ ਸ਼ਾਮਲ ਨੇ ਜਿਹੜੀਆਂ ਤੁਸੀਂ ਹੁਣੇ ਗਿਣੀਆਂ ਨੇ। ਕਿਸੇ ਦੂਸਰੇ ਮੌਕੇ 'ਤੇ ਇਹੋ ਜਿਹਾ ਮਜਲਿਸ ਵਿੱਚ ਹੀ ਪਹਾੜੀ ਲੋਕਾਂ ਕੋਲੋਂ ਪੁੱਛਿਆ ਗਿਆ, ਕਿਸ ਚੀਜ਼ ਦਾ ਰੰਗ ਰੂਹ ਨੂੰ ਸਭ ਤੋਂ ਵੱਧ ਭਾਉਂਦਾ ਹੈ? ਪਹਾੜੀ ਲੋਕ ਕੁਝ ਦੇਰ ਸੋਚਣ ਤੋਂ ਬਾਅਦ ਜਵਾਬ ਦੇਣ ਲੱਗੇ, ਨਿਰਮਲ ਆਕਾਸ਼ ਦਾ, ਸਫੈਦ ਬਰਫ਼ ਨਾਲ ਮੜੀਆਂ ਪਰਬਤੀ ਚੋਟੀਆਂ ਦਾ, ਮਾਂ ਦੀਆਂ ਅੱਖਾਂ ਦਾ, ਪੁੱਤਰ ਦੇ ਵਾਲਾਂ ਦਾ, ਆੜੂ ਦੇ ਬੂਰ ਭਰੇ ਰੁੱਖ ਦਾ, ਪਤਝੜ ਵਿੱਚ ਸਰਵਾੜ ਦਾ, ਚਸ਼ਮੇ ਦੇ ਪਾਣੀ ਦਾ। ਪਰ ਇੱਕ ਪਹਾੜੀਏ ਨੇ ਜਵਾਬ ਦਿੱਤਾ, ਸਾਗਰ ਦਾ। ਵਜ੍ਹਾ ਇਹ ਹੈ ਵੀ ਸਾਗਰ ਵਿੱਚ ਉਹ ਸਾਰੇ ਰੰਗ ਸ਼ਾਮਲ ਨੇ ਜਿਨ੍ਹਾਂ ਦੀ ਤੁਸੀਂ ਹੁਣੇ ਗਿਣਤੀ ਕੀਤੀ ਹੈ। ਇਹੋ ਜਿਹੀਆਂ ਮਜਲਿਸਾਂ 'ਚ ਬੂਆਂ ਪੀਣ ਵਾਲੀਆਂ ਚੀਜ਼ਾਂ ਜਾਂ ਕਿਸੇ ਹੋਰ ਚੀਜ਼ ਬਾਰੇ ਪੁੱਛਿਆ ਗਿਆ ਤਾਂ ਗੱਲ ਹਮੇਸ਼ਾ ਸਾਗਰ 'ਤੇ ਆ ਕੇ ਮੁੱਕਦੀ ਸੀ। ਸਾਗਰ ਤੋਂ ਪ੍ਰਭਾਵਿਤ ਹੋ ਕੇ ਆਮ ਜਨਤਾ ਨੇ ਨੌਜਵਾਨ ਤੇ ਸਮੁੰਦਰੀ ਰਾਜਕੁਮਾਰੀ ਤੇ
ਅਸਮਾਨੀ ਰੰਗ ਦੇ ਉਸ ਪੰਛੀ ਬਾਰੇ ਕਿੱਸੇ ਘੜੇ ਹੋਏ ਹਨ ਜਿਹੜਾ ਜਿੱਥੇ ਵੀ ਚੁੰਝ ਮਾਰਦਾ ਉੱਥੋਂ ਚਸ਼ਮਾ ਫੁੱਟ ਨਿਕਲਦਾ ਹੈ। ਯਕੀਨਨ ਮਜਲਿਸ ਵਿੱਚ ਹਰ ਕੋਈ ਆਪਣੇ ਘੋੜੇ ਦੀਆਂ ਸਿਫਤਾਂ ਦੇ ਪੁਲ ਬੰਨ੍ਹਦਾ ਹੈ, ਆਪਣੇ ਕਾਸਪੀ ਸਾਗਰ ਦੀ ਤਾਰੀਫ ਕਰਦਿਆਂ ਹੋਇਆਂ ਕਿ ਮੈਂ ਵੀ ਇਹੀ ਨਹੀਂ ਕਰ ਰਿਹਾ। ਕਦੇ ਕਦੇ ਮੈਨੂੰ ਇਹ ਕਿਹਾ ਜਾਂਦਾ ਹੈ ਕਿ ਕਾਸਪੀ ਦੀ ਕੀ ਫੜ ਮਾਰਦੇ ਹੋ, ਇਹ ਤਾਂ ਸਾਗਰ ਹੈ ਵੀ ਨਹੀਂ, ਵੱਡੀ ਸਾਰੀ ਝੀਲ ਹੈ। ਅਸਲੀ ਸਾਗਰ ਤਾਂ ਕਾਲਾ ਸਾਗਰ ਹੈ। ਹਾਂ, ਇਹ ਸਹੀ ਹੈ। ਕਾਸਪੀ ਸਾਗਰ ਕਾਲੇ ਸਾਗਰ ਜਿਹਾ ਮਖਮਲੀ ਤੇ ਕੋਮਲ ਨਹੀਂ, ਅਡਰੀਆਟਿਕ ਜਾਂ ਈਓਨਚੇਸਕੀ ਸਾਗਰ ਜਿਹਾ ਵੀ ਨਹੀਂ, ਪਰ ਉੱਥੇ ਤਾਂ ਲੋਕ ਮੁੱਖ ਤੌਰ ਤੇ ਨਹਾਉਣ ਤੇ ਆਰਾਮ ਕਰਨ ਜਾਂਦੇ ਆ, ਜਦਕਿ ਕਾਸਪੀ ਸਾਗਰ ਉੱਤੇ ਮੁੱਖ ਤੌਰ ਤੇ ਕੰਮ ਕਰਨ ਆਉਂਦੇ ਆ। ਕਾਸਪੀ ਸਾਗਰ ਮਛੇਰਿਆਂ, ਖਣਿਜ ਤੇਲ ਕੱਢਣ ਵਾਲਿਆਂ ਤੇ ਮਿਹਨਤਕਸ਼ਾਂ ਦਾ ਸਾਗਰ ਹੈ। ਇਸੇ ਲਈ ਇਹਦਾ ਮਿਜਾਜ਼ ਵੀ ਕੁਝ ਜ਼ਿਆਦਾ ਕਠੋਰ ਹੈ। ਕੋਈ ਕਰ ਹੀ ਕੀ ਸਕਦਾ ਹੈ ਕਿ ਦਾਗਿਸਤਾਨ ਦੇ ਪਰਬਤ ਸੁਭਾਅ ਵਜੋਂ ਜਾਰਜੀਆ, ਅਬਖਾਜ਼ੀਆ ਤੇ ਹੋਰਨਾਂ ਥਾਵਾਂ ਦੇ ਪਰਬਤਾਂ ਤੋਂ ਵੱਖਰੇ ਨਹੀਂ। ਸੱਚ ਦੱਸਾਂ, ਮੈਨੂੰ ਸਾਰੇ ਸਾਗਰ ਇੱਕੋ ਜਿਹੇ ਲੱਗਦੇ ਨੇ। ਜਦੋਂ ਜਹਾਜ਼ ਉੱਤੇ ਕਾਲੇ ਸਾਗਰ 'ਚ ਯਾਤਰਾ ਕਰਦਾ ਹੁੰਦਾ ਤਾਂ ਮੈਨੂੰ ਕਾਸਪੀ ਦੀ ਯਾਦ ਆਉਂਦੀ ਹੈ। ਜਦੋਂ ਕਾਸਪੀ 'ਚ ਯਾਤਰਾ ਕਰਦਾ ਤਾਂ ਮਹਾਸਾਗਰ ਨੂੰ ਵੀ ਯਾਦ ਕਰ ਸਕਦਾ। ਸਾਡਾ ਸਾਗਰ ਦੂਜੇ ਸਾਗਰਾਂ ਨਾਲੋਂ ਕਿਸੇ ਤਰ੍ਹਾਂ ਵੀ ਊਣਾ ਨਹੀਂ। ਪਿਤਾ ਜੀ ਕਹਿੰਦੇ ਹੁੰਦੇ ਸਨ, ਜੇ ਕਿਸੇ ਵਿਅਕਤੀ ਨੂੰ ਸਾਗਰ ਸੋਹਣਾ ਨਹੀਂ ਲੱਗਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਖੁਦ ਸੋਹਣਾ ਨਹੀਂ। ਕਿਸੇ ਨੇ ਇੱਕ ਵਾਰ ਅਬੂ ਤਾਲਿਬ ਨੂੰ ਕਿਹਾ, ਸਾਗਰ ਅੱਜ ਬੜੀ ਬੁਰੀ ਤਰ੍ਹਾਂ ਸ਼ੋਰ ਮਚਾ ਰਿਹਾ, ਤੂੰ ਮੇਰੇ ਕੰਨਾਂ ਨਾਲ ਸੁਣ। ਤਾਂ ਤੁਸੀਂ ਕਾਸਪੀ ਸਾਗਰ ਨੂੰ ਦਾਗਿਸਤਾਨ ਦੀਆਂ ਨਜ਼ਰਾਂ ਨਾਲ ਵੇਖੋ ਤੇ ਫਿਰ ਉਹ ਤੁਹਾਨੂੰ ਬਹੁਤ ਸੋਹਣਾ ਦਿਸੇਗਾ। ਦਾਗਿਸਤਾਨ ਦੇ ਮੇਗੇ ਪਿੰਡ ਦੇ ਰਹਿਣ ਵਾਲੇ ਪਣਡੁੱਬੀ ਦੇ ਦੂਜੀ ਸ਼੍ਰੇਣੀ ਦੇ ਪ੍ਰਸਿੱਧ ਕਪਤਾਨ ਮੁਹੰਮਦ ਗਾਜ਼ੀਏਵ ਦੀ ਬਹਾਦਰੀ ਦੇ ਕਾਰਨਾਮਿਆਂ ਤੋਂ ਸਾਰਾ ਜੰਗੀ ਜਹਾਜ਼ੀ ਬੇੜਾ ਵਾਕਿਫ ਹੈ। ਉਹਨੇ ਬਾਲਟਿਕ ਉੱਤਰੀ ਤੇ ਬਾਰੈਂਤਸੇਵ ਸਾਗਰ ਵਿੱਚ ਵੀ ਦੁਸ਼ਮਣ ਦੇ ਖਿਲਾਫ ਲੋਹਾ ਲਿਆ। ਮੁਹੰਮਦ ਗਾਜ਼ੀਏਵ ਦੇ ਤਾਰਪੀਡੋ ਨਾਲ ਅਨੇਕਾਂ ਫਾਸਿਸਟ ਜੰਗੀ ਜਹਾਜ਼ਾਂ ਦੀਆਂ ਠੰਡੇ ਪਾਣੀ 'ਚ ਕਬਰਾਂ ਬਣੀਆਂ। ਮਹਾਨ ਦੇਸ਼ ਭਗਤੀ ਭਰੇ ਯੁੱਧ ਦੇ ਇਤਿਹਾਸ 'ਚ ਉਹਦੀ ਪਣਡੁੱਬੀ ਨੇ ਪਹਿਲੀ ਵਾਰ ਫਾਸਿਸਟ ਜੰਗੀ ਸਮੁੰਦਰੀ ਬੇੜੇ ਨਾਲ ਆਮੋ ਸਾਹਮਣੇ ਲੜਾਈ ਲੜੀ। ਉਹਦਾ ਇੱਕ ਨਿਯਮ ਸੀ, ਜਦੋਂ ਤੱਕ ਦੁਸ਼ਮਣ ਦਾ ਕੋਈ ਜੰਗੀ ਜਹਾਜ਼ ਨਾ ਡੁਬੋ ਲਓ, ਉਦੋਂ ਤੱਕ ਮੁੱਛਾਂ ਸਾਫ਼ ਨਾ ਕਰੋ। ਮੁਹੰਮਦ ਗਾਜ਼ੀਏਵ ਨਾਲ ਮੇਰੀ ਇੱਕ ਮੁਲਾਕਾਤ ਹੋਈ। ਉਸ ਵੇਲੇ ਮੈਂ ਬੁਇਨਕਸਕ ਸ਼ਹਿਰ ਦੇ ਅਬਾਸ਼ੀਲੋਵ ਨਾਂ ਦੇ ਅਧਿਆਪਕ ਸਿਖਲਾਈ ਕਾਲਜ ਵਿੱਚ ਪੜ੍ਹਦਾ ਸੀ। ਮੁਹੰਮਦ ਗਾਜ਼ੀਏਵ ਛੁੱਟੀ 'ਤੇ ਸੀ। ਅਸੀਂ ਉਹਨੂੰ ਆਪਣੇ ਕਾਲਜ ਬੁਲਾਇਆ। ਅਸੀਂ ਉਹਨੂੰ ਪੁੱਛਿਆ, ਇੰਜ ਕਿਵੇਂ ਹੋ ਸਕਦਾ ਵੀ ਪਹਾੜਾਂ ਚੱਟਾਨਾਂ 'ਚ ਜਨਮ ਲੈ ਕੇ ਵੀ ਤੁਸੀਂ ਜਹਾਜ਼ੀ ਬਣ ਗਏ? ਬਚਪਨ 'ਚ ਇੱਕ ਪਰਬਤ ਦੇ ਸਿਖਰ 'ਤੇ ਚੜ੍ਹ ਕੇ ਮੈਂ ਕਾਸਪੀ ਸਾਗਰ ਵੇਖਿਆ ਤੇ ਹੈਰਾਨੀ ਦੇ ਕਾਰਨ ਮੈਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਆਇਆ। ਉਹਨੇ ਮੈਨੂੰ ਬੁਲਾਇਆ ਤੇ ਮੈਂ ਉਹਦੇ ਵੱਲ ਤੁਰ ਪਿਆ। ਮੈਂ ਸਾਗਰ ਦੀ ਪੁਕਾਰ ਦੀ ਅਵੱਗਿਆ ਨਹੀਂ ਸੀ ਕਰ ਸਕਦਾ। ਪਹਾੜਾਂ ਦਾ ਰਹਿਣ ਵਾਲਾ ਸੋਵੀਅਤ ਸੰਘ ਦਾ ਵੀਰ ਮੁਹੰਮਦ ਗਾਜ਼ੀਏਵ ਬਾਰੈਂਤਸੇਵ ਸਾਗਰ 'ਚ ਸ਼ਹੀਦੀ ਪਾ ਗਿਆ। ਉਹਦੇ ਨਾਂ 'ਤੇ ਬਣੇ ਕਾਰਖਾਨੇ ਦੇ ਸਾਹਮਣੇ ਮਖਾਚਕਲਾ 'ਚ ਬਣੀ ਹੋਈ ਉਹਦੀ ਯਾਦਗਾਰ ਨੇ ਫੈਲਾਅ ਉੱਤੇ ਹੀ ਨਜ਼ਰ ਟਿਕਾਈ ਹੋਈ ਹੈ। ਸੇਵੇਰੋਮੋਰਸਕ ਵਿੱਚ ਉਹਦੇ ਨਾਂ ਦਾ ਇੱਕ ਸਕੂਲ ਵੀ ਹੈ। ਦਲੇਰ ਲੋਕ ਹੀ ਸਾਗਰ 'ਚ ਕੰਮ ਕਰਨ ਜਾਂਦੇ ਹਨ, ਪਰ ਸਾਰੇ ਉੱਥੋਂ ਵਾਪਸ ਨਹੀਂ ਆਉਂਦੇ। ਇਸੇ ਲਈ ਪਹਾੜੀ ਲੋਕ ਬਸੰਤ ਦੇ ਪਹਿਲੇ ਫੁੱਲ ਸਾਗਰ ਨੂੰ ਭੇਟ ਕਰਦੇ ਹਨ। ਇਸ ਤਰ੍ਹਾਂ ਸਦਾ ਲਈ ਸਾਗਰ 'ਚ ਰਹਿ ਜਾਣ ਵਾਲੇ ਸਾਰੇ ਸੂਰਮਿਆਂ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਨ। ਮੇਰੇ ਫੁੱਲ ਵੀ ਲਹਿਰਾਂ ਉੱਤੇ ਅਨੇਕ ਵਾਰ ਤੈਰਦੇ ਸਨ। ਬਾਰੈਂਤਸੇਵ ਸਾਗਰ ਵਿੱਚ ਉਸ ਥਾਂ ਜਿੱਥੇ ਗਾਜ਼ੀਏਵ ਤੇ ਉਹਦਾ ਸਾਥੀ ਸ਼ਹੀਦ ਹੋਏ, ਗਾਜ਼ੀਏਵ ਦੀ ਯਾਦ ਨੂੰ ਸ਼ਰਧਾਂਜਲੀ ਅਰਪਣ ਕਰਨ ਵਾਸਤੇ ਜਹਾਜ਼ ਰੁਕ ਜਾਂਦੇ ਹਨ। ਕਾਸਪੀ ਸਾਗਰ ਵਿੱਚ ਵੀ ਇਹੋ ਜਿਹੀ ਪਰੰਪਰਾ ਹੈ। ਜਹਾਜ਼ ਉੱਥੇ ਰੁਕਦੇ ਹਨ। ਸ਼ਹੀਦੀ ਪ੍ਰਾਪਤ ਕਰਨ ਵਾਲਿਆਂ ਦੀ ਯਾਦ ਵਿੱਚ ਜਹਾਜ਼ੀ 3 ਮਿੰਟ ਤੱਕ ਮੌਨ ਰੱਖਦੇ ਹਨ। ਸਾਡਾ ਸ਼ਹਿਰ ਮਖਾਚਕਲਾ ਇੱਕ ਜਹਾਜ਼ ਵਾਂਗ ਘਾਟ ਉੱਤੇ ਖੜਾ ਹੈ। ਕਿਨਾਰੇ ਬਣੇ ਪਾਕ ਤੋਂ ਪੁਸ਼ਕਿਨ ਦੀ ਮੂਰਤੀ ਤੇ ਉਹਦੇ ਕੋਲ ਹੀ ਸੁਲੇਮਾਨ ਸਤਾਲਸਕੀ ਦੀ ਮੂਰਤੀ ਸਾਗਰ ਵੱਲ ਵੇਖ ਰਹੀ ਹੈ। ਬਿਰਕ ਪੱਥ ਵੱਲੋਂ ਮੇਰੇ ਪਿਤਾ ਜੀ ਦੇ ਬੁੱਤ ਨੇ ਕਾਸਪੀ ਉੱਤੇ ਨਜ਼ਰ ਟਿਕਾਈ ਹੋਈ ਹੈ। ਕਹਿੰਦੇ ਹੈ ਕਿ ਸਾਗਰ ਦੀ ਥਾਂ ਕਦੇ ਉਦਾਸ ਤੇ ਬਨਸਪਤੀਹੀਣ ਮਾਰੂਥਲ ਸੀ। ਬਾਅਦ 'ਚ ਉਹਨੇ ਪਰਬਤਾਂ ਨੂੰ ਵੇਖਿਆ ਤੇ ਖੁਸ਼ੀ ਦੇ ਖੇੜੇ ਨਾਲ ਭਰ ਕੇ ਉਹਨਾਂ ਦੀ ਝੋਲੀ 'ਚ ਆਪਣਾ ਨੀਲਾ ਵਿਸਤਾਰ ਫੈਲਾ ਦਿੱਤਾ। ਕਹਿੰਦੇ ਹੈ ਕਿ ਪਰਬਤ ਕਦੇ ਆਪਸ 'ਚ ਲੜਨ ਵਾਲੇ ਅਜਗਰ ਸਨ। ਕਿਤੇ ਬਾਅਦ 'ਚ ਉਹਨਾਂ ਨੇ ਸਾਗਰ ਨੂੰ ਵੇਖਿਆ ਤੇ ਹੈਰਾਨ ਹੋਏ ਬੁੱਤ ਬਣੇ ਰਹਿ ਗਏ ਤੇ ਪੱਥਰਾਂ 'ਚ ਬਦਲ ਗਏ। ਮਾਤਾ ਜੀ ਮੇਰੇ ਪੰਘੂੜੇ ਕੋਲ ਗਾਉਂਦੇ ਹੁੰਦੇ ਸਨ, ਬੇਟੇ ਵੱਡਾ ਹੋ ਕੇ ਕਰ ਲੈ ਹਾਸਲ ਪਰਬਤ ਦੀ ਉਚਾਈ, ਬੇਟੇ ਵੱਡਾ ਹੋ ਕੇ ਕਰ ਲੈ ਹਾਸਲ ਸਾਗਰ ਦੀ ਚੌੜਾਈ। ਮੁਟਿਆਰ ਨੇ ਆਪਣੇ ਜਵਾਨ ਪ੍ਰੀਤਮ ਲਈ ਇਹ ਗਾਇਆ, ਜਨਮ ਹੋਇਆ ਉੱਚੇ ਪਰਬਤ ਤੇ ਸਾਫ਼ ਨਜ਼ਰੇ ਆਉਂਦਾ ਏ, ਟੇਢੀ ਟੋਪੀ ਪਹਿਨ ਘਮੰਡੀ ਆਕੜ ਪਿਆ ਵਿਖਾਉਂਦਾ ਏ। ਜਵਾਨ ਜਗੀਤ ਅਰਥਾਤ ਸੂਰਮੇ ਨੇ ਸੁੰਦਰ ਪਹਾੜੀ ਮੁਟਿਆਰ ਲਈ ਇਹ ਗਾਇਆ, ਸਾਗਰ ਤਲ ਤੂੰ ਆਈ ਏ ਤੂੰ ਸੋਹਣਾ ਰੂਪ ਦੀ ਰਾਣੀ,
ਪਹਿਲਾਂ ਕਦੇ ਨਾ ਡਿੱਠੀ ਐਸੀ ਸੁੰਦਰ ਸ਼ੂਖ ਜਵਾਨੀ। ਇੱਕ ਸਭਾ 'ਚ ਮੈਂ ਹੇਠ ਲਿਖੀ ਗੱਲਬਾਤ ਸੁਣੀ। ਅਸੀਂ ਹਰ ਵਕਤ ਸਾਗਰ ਤੇ ਪਹਾੜਾਂ ਤੇ ਸਾਗਰ ਦਾ ਹੀ ਰਾਗ ਕਿਉਂ ਲਾਪਦੇ ਰਹਿੰਦੇ ਹਾਂ? ਸਾਡੇ ਵੱਲ ਕੁਝ ਦੂਸਰੀ ਤਰ੍ਹਾਂ ਦੇ ਪਹਾੜ ਤੇ ਸਾਗਰ ਵੀ ਹੈਗੇ ਨੇ ਜਿਨ੍ਹਾਂ ਦਾ ਸਾਨੂੰ ਜ਼ਿਕਰ ਕਰਨਾ ਚਾਹੀਦਾ ਹੈ। ਸਾਡੇ ਵੱਲ ਲੇਜ਼ਗੀਨੀ ਬਾਗਾਂ ਵਾਲਾ ਸਾਗਰ ਵੀ ਹੈ, ਮਵੇਸ਼ੀਆਂ ਦਾ ਸਾਗਰ ਹੈ, ਉਹਨਾਂ ਦੇ ਪਹਾੜ ਨੇ। ਪਰ ਠੀਕ ਹੀ ਕਿਹਾ ਜਾਂਦਾ ਹੈ, ਤਿੰਨੇ ਗਾਣੇ ਖੁਦ ਹੀ ਨਾ ਗਾਓ, ਇੱਕ ਸਾਡੇ ਲਈ ਵੀ ਰਹਿਣ ਦਿਓ। ਤਿੰਨੇ ਨਮਾਜ਼ਾਂ ਖੁਦ ਹੀ ਨਾ ਅਦਾ ਕਰੋ, ਇੱਕ ਸਾਡੇ ਲਈ ਵੀ ਰਹਿਣ ਦਿਓ। ਦਾਗਿਸਤਾਨ ਜਿਨ੍ਹਾਂ ਹਿੱਸਿਆਂ ਨੂੰ ਮਿਲਾ ਕੇ ਬਣਿਆ ਹੋਇਆ, ਉਹਨਾਂ ਵਿੱਚੋਂ 2 ਮੁੱਖ ਹਿੱਸਿਆਂ ਦਾ ਵਰਣਨ ਮੈਂ ਕੀਤਾ ਹੈ। ਬਾਕੀ ਸਭ ਕੁਝ ਉਹਦਾ ਤੀਸਰਾ ਹਿੱਸਾ ਹੈ। ਕਿ ਇਹਦੇ ਰਾਹਾਂ ਤੇ ਨਦੀਆਂ, ਰੁੱਖਾਂ ਤੇ ਘਾਹ ਬੂਟ ਦੀ ਘੱਟ ਚਰਚਾ ਕੀਤੀ ਜਾ ਸਕਦੀ ਹੈ? ਸਭ ਕੁਝ ਦਾ ਵਰਣਨ ਕਰਨ ਜੋਗੀ ਤਾਂ ਪੂਰੀ ਜ਼ਿੰਦਗੀ ਵੀ ਨਹੀਂ ਹੋਏਗੀ। ਗੀਤਾਂ ਗਾਣਿਆਂ ਬਾਰੇ ਵੀ ਇਹੀ ਸਹੀ ਹੈ। ਦੁਨੀਆ 'ਚ ਸਿਰਫ 3 ਗੀਤ ਹਨ। ਪਹਿਲਾ ਮਾਂ ਦਾ ਗੀਤ, ਦੂਜਾ ਮਾਂ ਦਾ ਗੀਤ, ਤੀਜਾ ਗੀਤ ਬਾਕੀ ਸਾਰੇ ਗੀਤ। ਪਹਾੜੀ ਲੋਕ ਇਹ ਕਹਿੰਦਿਆਂ ਹੋਇਆਂ ਕਿਸੇ ਨੂੰ ਆਪਦੇ ਘਰ ਸੱਦਾ ਦਿੰਦੇ ਹਨ, ਸਾਡੇ ਵੱਲ ਤਸ਼ਰੀਫ ਲਿਆਇਓ, ਸਾਡੇ ਪਰਬਤ, ਸਾਡਾ ਸਾਗਰ ਤੇ ਸਾਡੇ ਦਿਲ ਤੁਹਾਡੀ ਸੇਵਾ 'ਚ ਹਾਜ਼ਰ ਨੇ। ਸਾਡੀ ਧਰਤੀ ਧਰਤੀ ਹੈ, ਘਰ ਘਰ ਹੈ, ਘੋੜਾ ਘੋੜਾ ਹੈ, ਆਦਮੀ ਆਦਮੀ ਹੈ। ਉਹਨਾਂ ਵਿੱਚ ਤੀਸਰਾ ਕੁਝ ਨਹੀਂ। ਧੰਨਵਾਦ।